ਹੁਣ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਖਦੇਵ ਸਿੰਘ ਢਿੱਲੋਂ ਜੋ ਖੇਤੀਬਾੜੀ ਅਫਸਰ ਰਿਟਾਇਰ ਨੇ। ਇਹਨਾਂ ਨਾਲ ਵੀ ਅਸੀਂ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹਾਂ ਵੀ ਜਿਹੜਾ ਕਿਸਾਨੀ ਸੰਘਰਸ਼ ਹੈ ਇੱਕ ਲੰਬੇ ਦੌਰ ਦਾ ਸੰਘਰਸ਼ ਲੱਗ ਰਿਹਾ ਹੈ। ਤੇ ਜੇ ਅਸੀਂ ਗੱਲ ਕਰੀਏ ਵੀ ਸੰਘਰਸ਼ ਦੀ ਜ਼ਰੂਰਤ ਕਿਉਂ ਪਈ ਤੇ ਆਪਾਂ ਇਹਨਾਂ ਨਾਲ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਹਾਂਜੀ ਸਰ, ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਇਹ ਮੀਡੀਆ ਰਾਹੀਂ ਕਿਸਾਨਾਂ ਦੀ, ਲੋਕਾਂ ਦੀ ਗੱਲ ਆਮ ਲੋਕਾਂ ਵਿੱਚ ਜਾਣੀ ਚਾਹੀਦੀ ਆ, ਉਹਦੇ ਲਈ ਤੁਹਾਡਾ ਧੰਨਵਾਦ ਕਿ ਤੁਸੀਂ ਇਸ ਲਹਿਰ ਨੂੰ ਕਵਰ ਕਰ ਰਹੇ ਹੋ। ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਜਿਹੜਾ ਕਿਸਾਨੀ ਸੰਘਰਸ਼ ਆ ਇਹ ਪੰਜਾਬ ਤੋਂ ਸ਼ੁਰੂ ਹੋ ਕੇ ਹੁਣ ਜੇ ਕਿਹਾ ਜਾਵੇ ਪੂਰੇ ਭਾਰਤ ਵਿੱਚ ਨਹੀਂ, ਇਹ ਪੂਰੇ ਜਿਹੜਾ ਵਰਲਡ ਲੈਵਲ ਤੇ ਇੱਕ ਪਹੁੰਚ ਚੁੱਕਾ, ਇੰਟਰਨੈਸ਼ਨਲ ਲੈਵਲ ਤੇ ਇਹਦੀ ਹੁਣ ਹੋ ਚੁੱਕੀ ਆ ਗੱਲਬਾਤ, ਜਿਹੜੀ ਆ ਪੂਰਾ ਸਮਰਥਨ ਮਿਲ ਰਿਹਾ। ਪਰ ਜੇ ਦੇਖਿਆ ਜਾਵੇ ਤਾਂ ਇਹਦੀ ਜ਼ਰੂਰਤ ਕਿਉਂ ਪਈ ਸਾਨੂੰ ਇੱਦਾਂ? ਅਸਲ ਵਿੱਚ ਜੇ ਤੁਸੀਂ ਇਹਨੂੰ ਬਰੀਕੀ ਨਾਲ ਦੇਖਣ ਦੀ ਕੋਸ਼ਿਸ਼ ਕਰੋਗੇ ਤੇ ਆਦਿ ਜੁਗਾਤ ਤੋਂ ਜਿਹੜਾ ਖੇਤੀ ਹੀ ਐਸਾ ਇੱਕ ਕਿੱਤਾ ਹੈ ਜਿਹਦੇ ਤੋਂ ਲੋਕਾਂ ਨੇ ਆਪਣੀ ਰੋਟੀ ਸ਼ੁਰੂ ਕੀਤੀ ਹੈ। ਮਨੁੱਖ ਜਿਹੜਾ ਇਦਾਂ ਦਾ ਨਹੀਂ ਸੀ ਪਹਿਲਾਂ, ਇੱਦਾਂ ਜਿਹੜਾ ਪ੍ਰਵਾਸੀ ਸੀ, ਥਾਂ ਦੇ ਉੱਤੇ ਇੱਥੇ ਰਹਿੰਦਾ ਸੀ, ਉੱਥੇ ਰਹਿੰਦਾ ਸੀ, ਚੱਲਦਾ ਸੀ, ਕਬੀਲਿਆਂ 'ਚ ਰਹਿੰਦਾ ਸੀ। ਕਬੀਲਿਆਂ ਤੋਂ ਜਿਹੜੀ ਸੈਟਲਮੈਂਟ ਹੋਈ ਆ ਇਹ ਕੋਈ 40,000 ਸਾਲ ਪਹਿਲਾਂ ਪੁਰਾਣੀ ਦੀ ਗੱਲ ਆ, ਜਦੋਂ ਪਿੰਡਾਂ ਦੇ ਵਿੱਚ ਵਸਣੇ ਸ਼ੁਰੂ ਹੋਏ ਔਰ ਖੇਤੀ ਜਿਹੜੀ ਸੀ ਉਹ ਇੱਕ ਆਧਾਰ ਬਣ ਗਈ, ਜਿਸ ਆਧਾਰ ਦੇ ਵਿੱਚ ਰੋਟੀ ਜਿਹੜੀ ਉਤਪੰਨ ਹੁੰਦੀ ਸੀ। ਪਹਿਲਾਂ ਜਿਹੜਾ ਜਦੋਂ ਪ੍ਰਵਾਸੀ ਮਨੁੱਖ ਸੀਗਾ ਤੇ ਉਹ ਝੁੰਡ ਜਿਹੜੇ ਜਾਨਵਰਾਂ ਦੇ ਲੈ ਕੇ ਤੁਰਦਾ ਹੁੰਦਾ ਸੀਗਾ, ਉੱਥੇ ਜਦੋਂ ਉਹਨੂੰ ਜ਼ਰੂਰਤ ਹੁੰਦੀ ਸੀ, ਜਿੱਥੇ ਉਹਦਾ ਫੂਡ ਨਹੀਂ ਸੀ ਹੁੰਦਾ ਤੇ ਉਹ ਮੀਟ 'ਤੇ ਜੀਂਦਾ ਸੀਗਾ ਤੇ ਮੀਟ ਨੂੰ ਉਹ ਜਿਹੜਾ ਜਾਨਵਰਾਂ ਦੇ ਝੁੰਡਾਂ ਨੂੰ ਜਿਹੜਾ ਉਹ ਝਟਕਾ ਲੈਂਦਾ ਸੀ ਤੇ ਆਪਣੀ ਰੋਟੀ ਖਾਂਦਾ ਸੀ। ਖੇਤੀ ਦੇ ਵਿਕਸਿਤ ਹੋਣ ਦੇ ਨਾਲ ਮਨੁੱਖ ਸੈਟਲ ਹੋਣਾ ਸ਼ੁਰੂ ਹੋਇਆ, ਪਿੰਡ ਬਣੇ, ਸ਼ਹਿਰ ਬਣੇ, ਤਰੱਕੀ ਦਾ ਆਧਾਰ ਬਣਿਆ। ਉਸ ਤਰੱਕੀ ਦੇ ਆਧਾਰ ਵਿੱਚ ਤਬਦੀਲੀ ਹੋਈ, ਜਿਹੜੀ ਤਬਦੀਲੀ ਨੂੰ ਆਪਾਂ ਸਾਰੇ ਦੇਖ ਰਹੇ ਹਾਂ। ਇਹ ਅੱਜ ਇਦਾਂ ਦਾ ਨਹੀਂ ਸੀ ਕਦੀ ਵੀ। ਅਸੀਂ ਹੁਣ ਇਦਾਂ ਦੇ ਯੁੱਗ ਵਿੱਚ ਹਾਂ ਜਿਹਦੇ ਯੁੱਗ ਦੇ ਵਿੱਚ ਜਿਹੜੀ ਪਹਿਲਾਂ ਕਬੀਲਾ ਸਿਸਟਮ ਸੀ, ਕਬੀਲੇ ਤੋਂ ਜਗੀਰਦਾਰੀ ਸਿਸਟਮ ਆਇਆ, ਜਗੀਰਦਾਰੀ ਸਿਸਟਮ ਤੋਂ ਜਿਹੜਾ ਕੈਪੀਟਲਿਜ਼ਮ ਆਇਆ, ਕੈਪੀਟਲਿਜ਼ਮ ਤੇ ਇਸ ਵੇਲੇ ਜਿਹੜਾ ਖੇਤੀ ਹੈ, ਇਹਨਾਂ ਦਾ ਆਪਸ ਵਿੱਚ ਦਵੰਦ ਚੱਲ ਰਿਹਾ। ਉਸ ਦਵੰਦ ਦੇ ਮੁਸ਼ਕਲ ਵਿੱਚ ਜਿਹੜੀ ਆ ਉਹ ਸਾਰੇ ਲੋਕ ਸੰਕਟ ਵਿੱਚ ਆ। ਦੁੱਖ ਦੀ ਗੱਲ ਇਹ ਆ ਕਿ ਕਿਸੇ ਵੀ ਸਰਕਾਰ ਨੇ ਅਜੇ ਤੱਕ ਖੇਤੀ ਦੀ ਉਹ ਨੀਤੀ ਨਹੀਂ ਬਣਾਈ ਜਿਹੜੀ ਆਮ ਲੋਕਾਂ ਨੂੰ ਰਾਹਤ ਦੇ ਸਕੇ, ਆਮ ਲੋਕਾਂ ਨੂੰ ਫਾਇਦਾ ਦੇ ਸਕੇ। ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਜਿਹੜੇ ਸਰਕਾਰੀ ਨੁਮਾਇੰਦੇ ਆ ਉਹ ਕਹਿੰਦੇ ਆ ਵੀ ਇਹਨਾਂ ਬਿੱਲਾਂ ਵਿੱਚ ਜਿਹੜਾ ਕੁਝ ਵੀ ਕਾਲਾ ਹੈ ਨਹੀਂ, ਪਰ ਜੇ ਕਿਸਾਨ ਆਗੂਆਂ ਦੀ ਗੱਲ ਕੀਤੀ ਜਾਵੇ ਵੀ ਉਹ ਕਹਿੰਦੇ ਇਹ ਬਿੱਲ ਕਾਲੇ ਆ। ਤੇ ਤੁਸੀਂ ਖੇਤੀਬਾੜੀ ਅਫਸਰ ਰਹੇ ਹੋ, ਤੁਹਾਨੂੰ ਜ਼ਿਆਦਾ ਬਰੀਕੀਆਂ ਇਹਦੀਆਂ ਪਤਾ ਹੋਣਾ। ਇਹ ਦੱਸੋ ਤਾਂ ਵੀ ਜਿਹੜੇ ਕਾਲੇ ਕਾਨੂੰਨ ਜਿਹੜੇ ਪਾਸ ਕਹਿੰਦੇ ਕੀਤੇ ਆ ਕਿਸਾਨ, ਵੀ ਇਹਨਾਂ ਵਿੱਚ ਹੈ ਕਾਲਾ ਕੀ ਅਕਸਰ, ਇਹ ਬਰੀਕੀ 'ਚ ਥੋੜ੍ਹਾ ਦੱਸੋ। ਅਸਲ ਵਿੱਚ ਇਹਨਾਂ ਕਾਨੂੰਨਾਂ ਦੇ ਵਿੱਚ ਕੁਝ ਵੀ ਚਿੱਟਾ ਨਹੀਂ, ਕਾਲਾ ਹੀ ਕਾਲਾ ਹੈ। ਕਿਉਂਕਿ ਜੇ ਖੁੱਲ੍ਹੀ ਮੰਡੀ ਦੀ ਗੱਲ ਕਰਦੇ ਹੋ, ਪਹਿਲਾਂ ਜੇ ਖੁੱਲ੍ਹੀ ਮੰਡੀ ਦੀ ਗੱਲ ਕਰਦੇ ਆ, ਉਹ ਖੁੱਲ੍ਹੀ ਮੰਡੀ ਪਹਿਲਾਂ ਵੀ ਖੁੱਲ੍ਹੀ ਮੰਡੀ ਸੀ, ਲੇਕਿਨ ਇੱਕ ਮੰਡੀ ਸੀ ਜਿਹੜੀ ਮੰਡੀ ਦੇ ਵਿੱਚ ਬਕਾਇਦਾ ਤੌਰ ਤੇ ਓਪਨ ਆਕਸ਼ਨ ਹੁੰਦੀ ਸੀ। ਓਪਨ ਆਕਸ਼ਨ ਦੇ ਨਾਲ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ, ਇਹ ਲਾਹੇਵੰਦ ਭਾਅ ਨਹੀਂ ਹੈ, ਮਿਨੀਮਮ ਸਪੋਰਟ ਪ੍ਰਾਈਸ ਹੈ। ਕਿਉਂਕਿ ਇਸ ਸਪੋਰਟ ਪ੍ਰਾਈਸ ਦੇ ਵਿੱਚ ਇੱਕ ਕਮਿਸ਼ਨ ਹੈ, ਕਾਸਟ ਐਂਡ ਐਗਰੀਕਲਚਰ ਪ੍ਰਾਈਸ ਕਮਿਸ਼ਨ। ਉਹ ਕਮਿਸ਼ਨ ਆਪਣੀਆਂ ਸਿਫਾਰਿਸ਼ਾਂ ਗਵਰਨਮੈਂਟ ਨੂੰ ਦਿੰਦਾ ਤੇ ਗਵਰਨਮੈਂਟ ਉਹਦੇ ਉੱਤੇ ਅਨਾਉਂਸਮੈਂਟ ਕਰਦੀ ਹੈ ਇਹ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਜਿਹੜਾ ਅਨਾਜ ਖਰੀਦਿਆ ਜਾਏਗਾ। ਤੇ ਇਹ ਵੈਸੇ ਤਾਂ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ 23 ਚੀਜ਼ਾਂ ਦੀ ਫਿਕਸ ਹੁੰਦੀ ਹੈ, ਪਰ ਇਹ ਕਿਉਂਕਿ ਫੂਡ ਦੀ ਲੋੜ ਸੀ ਤੇ ਫੂਡ ਦਾ ਏਰੀਆ ਜਿਹੜਾ ਮਾਰਕ ਕੀਤਾ ਵਾ ਗਵਰਨਮੈਂਟ ਆਫ ਇੰਡੀਆ ਨੇ, ਉਹ ਮਾਰਕ ਕੀਤਾ ਨਾਰਥ ਪੰਜਾਬ, ਹਰਿਆਣਾ ਤੇ ਵੈਸਟਰਨ ਯੂਪੀ, ਕੁਝ ਹਿੱਸਾ ਰਾਜਸਥਾਨ ਦਾ ਵੀ ਹੈ। ਤੇ ਉਹਨਾਂ ਵਿੱਚ ਉਹ ਮੰਡੀ ਦਾ ਜਿਹੜੀ ਵਿਵਸਥਾ ਸੀ ਉਹ ਵਿਕਸਿਤ ਕੀਤੀ ਤਾਂ ਜੋ ਕਿਸਾਨ ਜਿਹੜੇ ਆ ਉਹ ਅਨਾਜ ਉਤਪਾਦਨ ਕਰਕੇ ਜਿਹੜਾ ਬਫਰ ਸਟਾਕ ਆ ਹੋਣਾ ਚਾਹੀਦਾ ਵਾ ਕਿਸੇ ਵੀ ਦੇਸ਼ ਦੇ ਵਿੱਚ, ਉਸ ਬਫਰ ਸਟਾਕ ਨੂੰ ਭਰ ਸਕਣ। ਬੜੀ ਅਜੀਬ ਜੀ ਅਵਸਥਾ ਹੋਏਗੀ ਵੀ ਪੰਜਾਬ ਇੱਕ ਛੋਟਾ ਜਿਹਾ ਸੂਬਾ ਹੈ, 1.5% ਇਹਦਾ ਰਕਬਾ ਹੈ ਜੇ ਨੈਸ਼ਨਲ ਲੈਵਲ 'ਤੇ ਦੇਖਿਆ ਜਾਵੇ, ਤੇ ਇਹ ਫੂਡ ਦੇ ਵਿੱਚ 50% ਤੋਂ ਵੱਧ ਜਿਹੜਾ ਅਨਾਜ ਜਿਹੜਾ ਚੌਲ ਦੇ ਰਿਹਾ ਤੇ 70% ਕਣਕ ਜਿਹੜੀ ਆ ਉਹ ਬਫਰ ਸਟਾਕ ਦੇ ਵਿੱਚ ਦੇ ਰਿਹਾ। ਮਤਲਬ ਪੰਜਾਬ ਹੀ ਇੱਕ ਮੁੱਖ ਤੌਰ ਦੇ ਉੱਤੇ ਬਫਰ ਸਟਾਕ ਨੂੰ ਭਰਨ ਵਾਲਾ ਸੂਬਾ ਬਣਿਆ। ਪਰ ਦੁੱਖ ਦੀ ਗੱਲ ਇਹ ਆ ਕਿ ਇਸ ਸਿਸਟਮ ਦੇ ਵਿੱਚ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆਈ ਆ, ਉਹਨੂੰ C2 ਜਿਹੜੀ ਕਾਸਟ ਆ, ਜਿਹਦੇ ਬਾਰੇ ਡਾਕਟਰ ਜਿਹੜੀ ਹੈਗੇ ਆ ਬਾਅਦ ਦੇ ਵਿੱਚ ਰਿਪੋਰਟਾਂ ਆਈਆਂ ਉਹਦੇ ਉੱਤੇ, ਤੇ ਸਾਊਥ ਦੇ ਵਿੱਚ ਡਾਕਟਰ ਨੇ ਜਿਨ੍ਹਾਂ ਨੇ ਉਹ ਰਿਪੋਰਟਾਂ ਦਿੱਤੀਆਂ ਵੀ C2 ਕਾਸਟ ਦੇ ਉੱਤੇ ਜਿੰਨੀ ਤੁਹਾਡੀ
ਪ੍ਰਾਈਸ ਕਿਸਾਨ ਦੀ ਆਉਂਦੀ ਆ ਉਹਦੇ ਤੋਂ ਡੇਢ ਹੀ ਕੀਮਤ ਜਿਹੜੀ ਆ ਉਹ ਕਿਸਾਨ ਨੂੰ ਮਿਲਣੀ ਚਾਹੀਦੀ ਆ, ਤਾਂ ਜੋ ਉਹ ਅੱਗੇ ਵੀ ਆਪਣੀ ਪੈਦਾਵਾਰ ਕਰ ਸਕੇ। ਇਹ ਅਚਨਚੇਤ ਵਾਪਰਿਆ ਨਹੀਂ ਹੈ, ਕਿਉਂਕਿ ਸਿੰਸ ਲੌਂਗ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਹੀ ਜਿਹੜਾ ਉਹ ਰਾਇਲ ਕਮਿਸ਼ਨ ਔਨ ਐਗਰੀਕਲਚਰ 1928 ਚ ਬਣਿਆ ਸੀ, ਉਹਨੇ ਵੀ ਕੋਈ ਸਿਫਾਰਸ਼ਾਂ ਦਿੱਤੀਆਂ ਸੀ। ਉਦੋਂ ਜਿਹੜੀ ਆ ਨੈਸ਼ਨਲ ਫਰੀडम ਮੂਵਮੈਂਟ ਤੇ ਚੱਲਦੀ ਸੀ, ਉਸ ਫਰੀडम ਮੂਵਮੈਂਟ ਕਰਕੇ ਦਬਾਅ ਸੀ ਕਿਸਾਨਾਂ ਦਾ, ਮਜ਼ਦੂਰਾਂ ਦਾ। ਉਸ ਦਬਾਅ ਦੇ ਵਿੱਚ ਅਖੀਰ ਦੇ ਉੱਤੇ ਅੰਗਰੇਜ਼ਾਂ ਨੂੰ ਇੱਥੋਂ ਜਾਣਾ ਪਿਆ। ਉਹ ਜੋ ਰਾਇਲ ਕਮਿਸ਼ਨ ਔਨ ਐਗਰੀਕਲਚਰ ਨੇ ਉਹ ਵੀ ਇਦਾਂ ਦਾ ਸੀ ਜਿਹੜਾ ਜਿਹਦੇ ਵਿੱਚ ਆ ਜਿਹੜੇ ਹੁਣ ਕਾਲੇ ਕਾਨੂੰਨਾਂ ਦੀ ਗੱਲ ਹੋ ਰਹੀ ਆ, ਉੱਦਾਂ ਦੇ ਕਾਨੂੰਨ ਉਹਦੇ ਵਿੱਚ ਸੀਗੇ। ਉਹਦੇ ਵਿਸਥਾਰ ਵਿੱਚ ਫੇਰ ਕਿਤੇ ਗੱਲ ਕੀਤੀ ਜਾ ਸਕਦੀ ਆ। ਪਰ ਜਦੋਂ ਦੇਸ਼ ਆਜ਼ਾਦ ਹੋਇਆ, ਜਿਹੜੀ ਅਧੂਰੀ ਆਜ਼ਾਦੀ ਆ ਜਿਹਦੇ ਵਿੱਚ ਆਰਥਿਕ ਆਜ਼ਾਦੀ ਨਹੀਂ ਆਈ ਲੋਕਾਂ ਦੀ, ਕਿਹਾ ਜਾਂਦਾ ਹੈ ਵੀ ਇਹ ਸੋਸ਼ਲਿਸਟ ਵੈਲਫੇਅਰ ਸਟੇਟ ਸੀ, ਬਣਨੀ ਸੀ ਦੇਸ਼ ਦੀ। ਪਰ ਦੁੱਖ ਦੀ ਗੱਲ ਇਹ ਹੈ ਕਿ ਨਾ ਤੇ ਸੋਸ਼ਲਿਸਟ ਬਣੀ, ਨਾ ਇਹ ਵੈਲਫੇਅਰ ਸਟੇਟ ਬਣੀ। ਇਹ ਸਟੇਟ ਲੋਕਾਂ ਨੂੰ ਲੁੱਟਣ ਕੁੱਟਣ ਦੇ ਕੰਮ ਦੇ ਉੱਤੇ ਰਹੀ ਹੈ। ਦੁੱਖ ਦੀ ਗੱਲ ਇਹ ਹੈ ਕਿਸਾਨੀ ਨੂੰ ਇਸ ਕਿੱਤੇ ਦੇ ਵਿੱਚ ਹੁਣ ਤੱਕ ਜਿਹੜਾ ਉਹ ਲਾਹੇਵੰਦ ਕਿੱਤਾ ਨਹੀਂ ਬਣਾਇਆ ਜਾ ਸਕਿਆ। ਇਸ ਕਰਕੇ ਕੋਈ ਵੀ ਜਿਹੜਾ ਆਉਣ ਵਾਲਾ ਭਵਿੱਖ ਦੇ ਵਿੱਚ ਨੌਜਵਾਨ ਹੈ ਉਹ ਖੇਤੀ ਉਹਦੇ ਵਿੱਚੋਂ ਨਹੀਂ ਖੇਤੀ ਕਰਨੀ ਚਾਹੁੰਦਾ, ਖੇਤੀ ਤੋਂ ਭੱਜਣਾ ਚਾਹੁੰਦਾ। ਇਸੇ ਕਰਕੇ ਪ੍ਰਵਾਸ ਨੂੰ ਜਿਹੜਾ ਦੁਨੀਆ ਜਾ ਰਹੀ ਆ, ਜਾਂ ਸਰਵਿਸਿਜ਼ ਨੂੰ ਬੈਟਰ ਸਮਝਿਆ ਜਾਂਦਾ ਕਿ ਸਰਵਿਸ ਸੈਕਟਰ ਜਿਹੜਾ ਉਹ ਬੈਟਰ ਹੈ। 1976 ਦੇ ਵਿੱਚ ਨੈਸ਼ਨਲ ਕਮਿਸ਼ਨ ਔਨ ਐਗਰੀਕਲਚਰ ਬਣਿਆ। ਨੈਸ਼ਨਲ ਕਮਿਸ਼ਨ ਔਨ ਐਗਰੀਕਲਚਰ ਦੀਆਂ ਜਿਹੜੀਆਂ ਰਿਪੋਰਟ ਹੈ ਉਹ 15 ਵਾਲੀਅਮ ਦੇ ਵਿੱਚ ਆ। ਉਹਨੇ ਟੋਟਲ ਕਨਸੈਪਟ ਜਿਹੜਾ ਹੈਗਾ ਵਾ ਡਰਾਈਵ ਕੀਤਾ ਕਿ ਇਸ ਦੇਸ਼ ਦੀ ਡਿਵੈਲਪਮੈਂਟ ਕਿਸ ਤਰ੍ਹਾਂ ਕਰਨੀ ਚਾਹੀਦੀ ਆ। ਪਰ ਇਹ ਸਰਕਾਰ ਨੇ ਕੋਈ ਵੀ ਉਸ ਨੈਸ਼ਨਲ ਕਮਿਸ਼ਨ ਔਨ ਐਗਰੀਕਲਚਰ ਦੀਆਂ ਜਿਹੜੀਆਂ ਸਿਫਾਰਸ਼ਾਂ ਸੀ ਉਹ ਕੋਈ ਵੀ ਨਹੀਂ ਮੰਨੀ। ਉਹ ਉਹਦੇ ਨਾਲ ਉਹਦਾ ਧਰੇ ਦਾ ਧਰਿਆ ਹੀ ਰਹਿ ਗਿਆ। ਇਸ ਲਈ ਕਿਸਾਨਾਂ ਨੂੰ ਅੱਜ ਲੋੜ ਪਈ ਵੀ ਜਿਹੜੀ ਉਹਨਾਂ ਦੀ ਮੰਡੀ ਦੇ ਵਿੱਚ ਕੁਝ ਲੁੱਟ ਬੰਦ ਹੋਈ ਸੀ ਮਿਨੀਮਮ ਸਪੋਰਟ ਪ੍ਰਾਈਸ ਨਾਲ, ਉਹ ਲੁੱਟ ਦੁਬਾਰਾ ਜਿਹੜੀ ਹੈ ਉਹ ਸਰਕਾਰ ਖੋਲ੍ਹਣਾ ਚਾਹੁੰਦੀ ਆ, ਕਿਉਂਕਿ ਉਹਨੇ ਵੰਡ ਲਏ ਆ ਖੇਤਰ। ਜਿੱਦਾਂ ਮਤਲਬ ਸੰਯੁਕਤ ਕਿਸਾਨ ਮੋਰਚੇ ਨੇ ਗੱਲ ਕੀਤੀ ਆ, ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈ ਉਹ ਸਪਸ਼ਟ ਰੂਪ 'ਚ ਕਹਿ ਰਿਹਾ ਵੀ ਐਜੂਕੇਸ਼ਨ ਟਾਟਿਆਂ ਨੂੰ ਦੇ ਦਿੱਤੀ ਆ, ਕਮਿਊਨੀਕੇਸ਼ਨ ਟਰਾਂਸਪੋਰਟ ਸਾਰੀ ਜਿਹੜੀ ਅਡਾਨੀ ਨੇ ਸਾਂਭ ਲਈ ਆ, ਤੇ 10 ਲੱਖ ਕਰੋੜ ਰੁਪਏ ਤੋਂ ਵੱਧ ਦਾ ਜਿਹੜਾ ਇਹ ਰਿਟੇਲ ਬਿਜ਼ਨਸ ਆ ਸਾਡੇ ਅਨਾਜ ਦਾ, ਰੋਟੀ ਦਾ, ਪਰਚੂਨ ਦਾ, ਉਹਨੂੰ ਜਿਹੜਾ ਹੈ ਅਡਾਨੀ ਨੂੰ ਦੇਣ ਦਾ ਪ੍ਰੋਗਰਾਮ ਬਣਾ ਲਿਆ। ਔਰ ਉਹ ਅਡਾਨੀ ਆਪਣੇ ਢੰਗ ਨਾਲ ਖੇਤੀ ਕਰਾਊਗਾ। ਜਿਹੜੀ ਕੰਟਰੈਕਟ ਐਗਰੀਕਲਚਰ ਆ, ਕੰਟਰੈਕਟ ਐਗਰੀਕਲਚਰ ਇਸੇ ਤਿੰਨਾਂ ਕਾਨੂੰਨਾਂ ਦੇ ਵਿੱਚ ਹੈ। ਉਹ ਕੰਟਰੈਕਟ ਐਗਰੀਕਲਚਰ ਦੇ ਵਿੱਚ ਬਹੁਤ ਤਜਰਬੇ ਲੋਕਾਂ ਨੇ ਪਹਿਲਾਂ ਵੀ ਦੇਖੇ ਆ ਵੀ ਉਹ ਕਿਸੇ ਵੀ ਤਰ੍ਹਾਂ ਜੇ ਤੇ ਬਹੁਤ ਪ੍ਰੋਡਕਸ਼ਨ ਹੋਏਗੀ ਤੇ ਉਹਨੂੰ ਕਹਿਣਗੇ ਵੀ ਇਹ ਸਾਡੇ ਸਟੈਂਡਰਡ ਵਿੱਚ ਨਹੀਂ, ਤੇ ਜੇ ਪ੍ਰੋਡਕਸ਼ਨ ਘੱਟ ਹੋਏਗੀ ਤੇ ਫਿਰ ਉਹਨੂੰ ਜਿਹੜਾ ਪਰਚੇਜ਼ ਕੀਤਾ ਜਾਊਗਾ ਉਹਦੇ ਲਈ ਕੋਈ ਵੀ ਸਥਾਪਿਤ ਨਿਯਮ ਨਹੀਂ। ਕਿਉਂਕਿ ਤੁਸੀਂ ਜਿਹੜਾ ਵੀ ਕਿਸਾਨ ਪੈਦਾ ਕਰੂਗਾ ਉਹ ਉਹੀ ਪੈਦਾ ਕਰੂਗਾ ਜਿਹੜਾ ਉਹਨੂੰ ਬੀਜ ਮਿਲੂਗਾ। ਉਹਦੀ ਟੈਕਨੋਲੋਜੀ ਵੀ ਜਿਹੜਾ ਉਹ ਗਰੁੱਪ ਜਿਹੜੇ ਕੰਟਰੈਕਟ ਵਾਲੇ ਦੇਣਗੇ ਤੇ ਉਹ ਸੁਪਰਵਿਜ਼ਨ ਵੀ ਉਹ ਕਰਨਗੇ। ਅਖੀਰ ਦੇ ਉੱਤੇ ਜਿਹੜੀ ਪ੍ਰੋਡਕਸ਼ਨ ਹੋਏਗੀ ਉਸ ਪ੍ਰੋਡਕਸ਼ਨ ਨੂੰ ਉਹ ਖਰੀਦਣ ਲਈ ਪਾਬੰਦ ਨਹੀਂ ਹੋਣਗੇ। ਇਹ ਫਿਰ ਉਹਦੀ ਮਰਜ਼ੀ ਹੋਏਗੀ ਕੰਟਰੈਕਟ ਵਾਲੇ ਦੀ ਵੀ ਉਹ ਖਰੀਦਦਾ ਕਿ ਨਹੀਂ ਖਰੀਦਦਾ। ਤੇ ਕਿਸਾਨ ਜਿਹੜਾ ਪੈਦਾ ਕਰੇਗਾ ਉਹ ਪੈਦਾ ਕਰਕੇ ਦਾਅਵੇ ਦੇ ਨਾਲ ਉਹਨੂੰ ਜਿਹੜੀ ਹੈ ਪੈਦਾਵਾਰ ਆਪਣੀ ਖਰੀਦਣ ਵਾਸਤੇ ਮਜਬੂਰ ਨਹੀਂ ਕਰ ਸਕਦਾ। ਕਿਉਂਕਿ ਜਿਹੜਾ ਉਹਦੇ ਕੋਲ ਛੋਟਾ ਮੋਟਾ ਅਧਿਕਾਰ ਸੀ ਵੀ ਮੈਂ ਉਹਨੂੰ ਕੋਰਟ ਵਿੱਚ ਚੈਲੰਜ ਕਰ ਸਕਦਾ, ਉਹ ਚੈਲੰਜ ਕਰਨ ਦਾ ਅਧਿਕਾਰ ਜਿਹੜਾ ਉਹ ਕੋਰਟ ਦੇ ਵਿੱਚੋਂ ਬਿਲਕੁਲ ਖਤਮ ਕਰਤਾ। ਐਡਮਿਨਿਸਟ੍ਰੇਟਿਵ ਜਿਹੜਾ ਕੰਟਰੋਲ ਕਰਦਾ ਵੀ ਤੁਸੀਂ ਐਸਡੀਐਮ ਨੂੰ ਕਰ ਸਕਦੇ ਆ ਅਪੀਲ, ਤੁਸੀਂ ਡੀਸੀ ਨੂੰ ਕਰ ਸਕਦੇ ਆ, ਤੇ ਕੋਈ ਵੀ ਐਡਮਿਨਿਸਟ੍ਰੇਸ਼ਨ ਇਦਾਂ ਦੀ ਕਦੇ ਨਹੀਂ ਹੁੰਦੀ ਜਿਹੜੀ ਫੇਅਰ ਮੀਨਸ ਦੇ ਨਾਲ ਫੈਸਲੇ ਕਰਦੀ ਹੋਊਗੀ। ਉਹਨੇ ਹਮੇਸ਼ਾ ਹੀ ਜਿਹੜਾ ਸੱਤਾ ਵੱਲ ਦੇਖਣਾ ਵੀ ਸੱਤਾ ਕੀ ਕਹਿੰਦੀ ਹੈ ਤੇ ਸੱਤਾ ਦੀ ਉਹ ਡਾਇਰੈਕਸ਼ਨ ਦੇ ਨਾਲ ਚੱਲ ਰਹੀ ਹੁੰਦੀ ਹੈ। ਡਾਕਟਰ ਸਾਹਿਬ ਜੇ ਗੱਲ ਕੀਤੀ ਜਾਵੇ ਜਿਹੜਾ ਮੰਡੀਕਰਨ ਆ, ਜੇ ਦੇਖਿਆ ਜਾਵੇ ਪੰਜਾਬ ਜਾਂ ਹਰਿਆਣੇ ਦਾ ਹੀ ਆ ਜਿਹੜਾ ਮੰਡੀਕਰਨ ਥੋੜਾ ਠੀਕ ਸੀਗਾ, ਤੇ ਬਾਕੀ ਸਟੇਟਾਂ ਵਿੱਚ ਪਹਿਲਾਂ ਵੀ ਮੰਡੀਕਰਨ ਦਾ ਕੋਈ ਇੰਨਾ ਵਧੀਆ ਹੈ ਨਹੀਂ ਉਹ ਸਿਸਟਮ। ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਵੀ ਕਿੱਥੇ ਤੱਕ ਠੀਕ ਹੈ ਇਹ ਸਿਸਟਮ ਜਿਹੜਾ ਆ? ਇਹ ਬਿਲਕੁਲ ਠੀਕ ਹੈ ਜੇ ਖੇਤੀ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ, ਜਿਹੜਾ ਕਿ ਮੌਜੂਦਾ ਇਸ ਵੇਲੇ ਪ੍ਰਬੰਧ ਵਿੱਚ 50% ਜਿੰਨਾ ਵੀ ਇੰਪਲੋਇਮੈਂਟ ਦਾ ਲੈਵਲ ਹੈ ਉਹ ਐਗਰੀਕਲਚਰ ਦੇ ਵਿੱਚ ਹੈ, ਲੋਕਾਂ ਨੂੰ ਰੁਜ਼ਗਾਰ ਦਿੰਦੀ ਆ। ਤੇ ਇਸ ਪੈਦਾਵਾਰ ਨੂੰ ਰੀਸਾਈਕਲ ਕਰਨਾ ਆਪਾਂ ਆਪਣੀ ਪ੍ਰੋਡਕਸ਼ਨ ਦੇ ਵਿੱਚ ਮਸ਼ੀਨਰੀ ਕਿੰਨੀ ਜ਼ਿਆਦਾ ਆ ਗਈ ਆ, ਸਾਡੇ ਇੱਥੇ ਮਸ਼ੀਨਰੀ ਦੀ ਡਿਵੈਲਪਮੈਂਟ ਹੋਈ ਆ, ਸਾਡਾ ਮਕੈਨੀਕਲ ਸਿਸਟਮ ਆ ਗਿਆ। ਅਸੀਂ ਜਿਹੜਾ ਇੱਕ ਬੋਰੋ ਕੀਤਾ ਸਿਸਟਮ
ਅਮਰੀਕਾ ਤੋਂ ਲੈ ਕੇ ਆਏ ਆ ਜਿਹੜਾ ਐਗਰੀਕਲਚਰ ਦੀ ਟੈਕਨੋਲੋਜੀ ਨੂੰ, ਜਿਨ੍ਹਾਂ ਨੇ ਪਹਿਲਾਂ ਸਾਨੂੰ ਬੀਜ ਦਿੱਤੇ। ਮੈਕਸੀਕੋ ਤੋਂ ਕਣਕਾਂ ਆਈਆਂ, ਉਹਨਾਂ ਦੇ ਨਾਲ ਤੁਹਾਨੂੰ ਯਾਦ ਹੋਊਗਾ ਫਲੇਰਸ ਮਾਈਨਰ ਵੀ ਆਇਆ, ਗੁੱਲੀ ਡੰਡਾ ਆਇਆ। ਗੁੱਲੀ ਡੰਡੇ ਦੇ ਨਾਲ ਪਾਰਥੀਨੀਅਮ ਵੀ ਵੀਡ ਜਿਹੜੀ ਆਈ। ਉਹਨਾਂ ਵਾਸਤੇ ਜਿੰਨੀਆਂ ਵੀ ਉਹ ਮਲਟੀਨੈਸ਼ਨਲਸ ਹੈਗੀਆਂ, ਉਹਨਾਂ ਨੇ ਸੀਡ ਵਾਸਤੇ ਵੀ ਜਿਹੜੀ ਟੈਕਨੋਲੋਜੀ ਦਿੱਤੀ, ਸੀਡ ਵੀ ਆਇਆ। ਤੇ ਉਹਦੇ ਤੋਂ ਬਾਅਦ ਜਿੰਨੀ ਵੀ ਟੈਕਨੋਲੋਜੀ ਸੀ, ਕੈਮੀਕਲ ਟੈਕਨੋਲੋਜੀ, ਕੈਮੀਕਲ ਐਗਰੀਕਲਚਰ ਨੂੰ ਡਿਵੈਲਪ ਕਰਨ ਵਾਸਤੇ ਇਹ ਟੈਕਨੋਲੋਜੀ ਲਿਆਂਦੀ ਗਈ। ਤੇ ਉਹਨਾਂ ਦੀ ਜਿੰਨੇ ਵੀ ਇਨਸੈਕਟੀਸਾਈਡ ਹੈ, ਜਿਹੜੀਆਂ ਜ਼ਹਿਰਾਂ ਹੈ, ਉਹਨਾਂ ਨੂੰ ਖੇਤਾਂ ਵਿੱਚ ਪਾ ਕੇ ਇੱਥੇ ਦੇ ਵਾਤਾਵਰਣ ਨੂੰ ਵੀ ਜ਼ਹਿਰੀਲਾ ਕੀਤਾ ਗਿਆ, ਧਰਤੀ ਨੂੰ ਜ਼ਹਿਰੀਲਾ ਕੀਤਾ ਗਿਆ, ਪਾਣੀ ਵਿੱਚ ਵੀ ਗਿਆ। ਔਰ ਅਖੀਰ ਦੇ ਉੱਤੇ ਜਿਹੜੀ ਪੈਦਾਵਾਰ ਆਈ ਆ, ਉਹਦੇ ਵਿੱਚ ਵੀ ਜਿਹੜੀ ਰੈਜ਼ੀਡੂਅਲ ਇਫੈਕਟ ਹੈ ਜ਼ਹਿਰਾਂ ਦਾ, ਉਹ ਵਧਿਆ। ਇੰਟਰਨੈਸ਼ਨਲ ਸਟੈਂਡਰਡ ਦੇ ਵਿੱਚ ਸਾਡੀ ਪੈਦਾਵਾਰ ਉਹ ਨਹੀਂ ਆਈ, ਤਾਂ ਹੀ ਅਸੀਂ ਜਿਹੜੀ ਇੱਥੋਂ ਐਕਸਪੋਰਟ ਨਹੀਂ ਕਰ ਸਕੇ। ਔਰ ਬਹੁਤ ਸਾਰੇ ਖੇਤਾਂ ਦੇ ਵਿੱਚ ਜਿਹੜੀ ਹੈ ਉਹ ਸਾਡੀ ਜਿਹੜੀ ਐਕਸਪੋਰਟ ਸੀ, ਉਹ ਇੰਟਰਨੈਸ਼ਨਲ ਮਾਪਦੰਡ ਸੀ ਜਿਹੜੇ, ਉਹਨਾਂ ਵਿੱਚ ਫੇਲ ਹੋ ਕੇ ਉੱਥੋਂ ਰਿਜੈਕਟ ਹੋ ਕੇ ਤੇ ਵਾਪਸ ਆ ਗਈ। ਇਹ ਅਵਸਥਾ ਆਈ ਆ। ਇਹ ਸਾਰਾ ਕੁਝ ਜਿਹੜਾ ਇਸ ਟੈਕਨੋਲੋਜੀ ਦੀ ਦੇਣ ਆ। ਜਿਸ ਟੈਕਨੋਲੋਜੀ ਦੇ ਵਿੱਚ ਅਸੀਂ ਦੇਸੀ ਖੇਤੀ, ਜਿਹੜੀ ਨੈਚੁਰਲ ਖੇਤੀ ਸੀ, ਉਹਨੂੰ ਛੱਡ ਕੇ ਜਿਹੜੀ ਕੈਮੀਕਲ ਖੇਤੀ ਵੱਲ ਆਏ, ਤੇ ਕੈਮੀਕਲ ਖੇਤੀ ਦੇ ਵਿੱਚ ਜ਼ਹਿਰਾਂ ਦਾ ਪ੍ਰਦੂਸ਼ਣ ਕਰਕੇ ਅਸੀਂ ਜਿਹੜੇ ਸਾਰੇ ਲੋਕ ਬਿਮਾਰ ਹੋਏ। ਉਹਦੇ ਨਾਲ ਇੱਕ ਵੱਡੀ ਚੇਨ ਬਣ ਗਈ ਮਲਟੀਨੈਸ਼ਨਲ ਕਾਰਪੋਰੇਸ਼ਨਸ ਦੀ, ਫਾਰਮਾਸਿਊਟੀਕਲ ਕੰਪਨੀਆਂ ਦੀ, ਜਿਨ੍ਹਾਂ ਨੇ ਲੋਕਾਂ ਨੂੰ ਪਹਿਲਾਂ ਬਿਮਾਰ ਕਰਨ ਲਈ, ਖੇਤਾਂ ਨੂੰ ਬਿਮਾਰ ਕਰਨ ਲਈ, ਆਪਣੀ ਪ੍ਰੋਡਕਟ ਜਿਹੜੀ ਆ ਵੇਚਣ ਵਾਸਤੇ ਸਾਨੂੰ ਟੈਕਨੋਲੋਜੀ ਵੀ ਦਿੱਤੀ, ਤੇ ਅਖੀਰ ਦੇ ਉੱਤੇ ਸਾਨੂੰ ਜਿਹੜਾ ਇਲਾਜ ਕਰਨ ਵਾਸਤੇ ਵੀ ਆਪਣੀ ਟੈਕਨੋਲੋਜੀ, ਆਪਣੀਆਂ ਪ੍ਰੋਡਕਟਸ ਜਿਹੜੀਆਂ ਵੇਚਣ ਦੀ ਵੱਡੀ ਮਾਰਕੀਟ ਬਣਾਈ। ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਪ੍ਰਦੂਸ਼ਿਤ ਖੇਤੀ ਦੀ, ਕੈਮੀਕਲ ਖੇਤੀ ਦੀ, ਜਿੱਦਾਂ ਤੁਸੀਂ ਗੱਲ ਕੀਤੀ ਆ, ਇਹਦੇ ਲਈ ਕਿਸਾਨ ਕਿੰਨਾ ਜ਼ਿੰਮੇਵਾਰ ਨੇ? ਕਿਸਾਨ ਨੂੰ ਕਿੰਨਾ ਜ਼ਿੰਮੇਵਾਰ ਤੁਸੀਂ ਕਹੋਗੇ? ਕਿਸਾਨ ਨੇ ਤਾਂ ਉਹੀ ਕੁਝ ਕੀਤਾ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਕਰਨ ਵਾਸਤੇ ਕਿਹਾ। ਪੰਜਾਬ ਸਰਕਾਰ ਨੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨੈਸ਼ਨਲ ਸਿਨਾਰੀਓ ਵਿੱਚ ਇਹ ਲੋੜ ਸੀ ਇੱਥੇ ਅਨਾਜ ਵੱਧ ਉਤਪਾਦਨ ਕਰਨ ਦੀ। ਮੈਨੂੰ ਯਾਦ ਆ ਜਦੋਂ ਮੈਂ ਨੌਕਰੀ ਵਿੱਚ ਆਇਆ ਤੇ ਉਦੋਂ ਪੰਜਾਬ ਝੋਨੇ ਦਾ ਰਕਬਾ ਨਹੀਂ ਹੈ, ਕਿਉਂਕਿ ਇੱਥੇ ਝੋਨਾ ਨਹੀਂ ਸੀ ਹੁੰਦਾ। ਇੱਥੇ ਝੋਨਾ ਜਿਹੜਾ ਪੁਰਾਣਾ ਜਿਹੜਾ ਸਿਸਟਮ ਸੀ ਸਾਡਾ, ਖੂਹਾਂ ਦੇ ਉੱਤੇ ਖੇਤੀ ਸੀ, ਅਸੀਂ ਝੋਨਾ ਬੀਜਦੇ ਰਹੇ ਹਾਂ। ਉਹ ਜਿਹੜਾ ਦੂਸਰਾ ਸਿੱਧਾ ਝੋਨਾ ਬੀਜਣ ਦੀ, ਸਿੱਧੇ ਦਾਣੇ ਬੀਜਣ ਦੀ ਜਿਹੜੀ ਇੱਕ ਟੈਕਨੀਕ ਹੁੰਦੀ ਸੀ, ਉਸ ਟੈਕਨੀਕ ਨੂੰ ਦੁਬਾਰਾ ਵੀ ਲਿਆਂਦਾ ਇਹਨਾਂ ਨੇ, ਪਰ ਉਹ ਬਹੁਤ ਜਿਹੜੀ ਚੱਲੀ ਨਹੀਂ। ਜਿਹੜੀ ਟੈਕਨੋਲੋਜੀ ਗਵਰਨਮੈਂਟ ਨੇ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਨੈਸ਼ਨਲ ਨੀਡਸ ਮੁਤਾਬਕ ਸਾਨੂੰ ਦਿੱਤੀ, ਉਹ ਲੋਕਾਂ ਨੇ ਅਡਾਪਟ ਕੀਤੀ। ਤੇ ਉਸ ਅਡਾਪਸ਼ਨ ਵਿੱਚ ਜਿਹੜਾ ਪ੍ਰਦੂਸ਼ਣ ਹੋਇਆ, ਉਸ ਪ੍ਰਦੂਸ਼ਣ ਵਿੱਚ ਲੋਕ ਜ਼ਿੰਮੇਵਾਰ ਬਿਲਕੁਲ ਨਹੀਂ, ਕਿਉਂਕਿ ਟੈਕਨੀਕ ਉਹੀ ਲਾਗੂ ਹੋਈ ਆ ਜੋ ਸਰਕਾਰ ਚਾਹੁੰਦੀ ਸੀ, ਟੈਕਨੋਲੋਜੀ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਆਪਣੇ ਤੌਰ ਦੇ ਉੱਤੇ ਉਹ ਦਿੱਤੀ ਹੈ ਸਰ। ਪਰ ਡਾਕਟਰ ਸਾਹਿਬ, ਪੈਦਾਵਾਰ ਵਧਾਉਣ ਲਈ ਪ੍ਰਦੂਸ਼ਿਤ ਖੇਤੀ ਕਰਨਾ ਇਹ ਕਿੰਨਾ ਜਾਇਜ਼ ਹੈ? ਮੈਂ ਇਹਦੇ ਤੇ ਕਿੱਦਾਂ ਦਾ ਕਮੈਂਟ ਕਰ ਸਕੂੰਗਾ ਵੀ ਸਰਕਾਰ ਦੀ ਨੀਤੀ ਨੂੰ ਲਾਗੂ ਕਰਨ ਦਾ ਕੰਮ ਐਗਰੀਕਲਚਰ ਡਿਪਾਰਟਮੈਂਟ ਨੇ ਕੀਤਾ, ਮੈਂ ਵੀ ਉਹਦਾ ਹਿੱਸਾ ਰਿਹਾ। ਅਸੀਂ ਉਹ ਨੀਤੀ ਲਾਗੂ ਕੀਤੀ ਜਿਹੜੀ ਸਾਨੂੰ ਸਰਕਾਰ ਨੇ ਕਹੀ। ਦੂਸਰੇ ਪਾਸੇ ਲੋਕਾਂ ਨੇ ਉਹੀ ਕੁਝ ਕੀਤਾ ਜੋ ਸਰਕਾਰ ਉਹਨਾਂ ਕੋਲ ਡਿਮਾਂਡ ਕਰਦੀ ਸੀ। ਜੇ ਸਰਕਾਰ ਡਿਮਾਂਡ ਨਹੀਂ ਸੀ ਕਰਦੀ ਤੇ ਸਰਕਾਰ ਨੇ ਲੋਕਾਂ ਨੂੰ ਫਿਰ ਉਹ ਕੈਮੀਕਲ ਖੇਤੀ ਕਰਨ ਵਾਸਤੇ ਕਿਉਂ ਮਜਬੂਰ ਕੀਤਾ? ਲੋਕਾਂ ਨੂੰ ਮਜਬੂਰ ਕੀਤਾ ਤਾਂ ਹੀ ਉਹ MSP ਸੀ। ਅਸੀਂ ਪੰਜਾਬ ਦੇ ਲੋਕ ਖੁਸ਼ਹਾਲ ਆ। ਕਿਉਂਕਿ ਅਸੀਂ ਜਿਹੜਾ ਉਹ ਚੰਗੀ ਖੇਤੀ ਕਰ ਸਕੇ ਹਾਂ ਇੱਥੇ, ਕਿਉਂਕਿ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲਦੀ ਸੀ। ਉਸ ਲਿਹਾਜ਼ ਦੇ ਨਾਲ ਅਸੀਂ ਉਹ ਪੈਦਾਵਾਰ ਕਰਕੇ ਤੇ ਆਪਣੇ ਕੁਝ ਰਾਹਤ ਮਾੜੀ ਮੋਟੀ ਮਿਲੀ। ਪਰ ਜਿਹੜੀ ਸਭ ਤੋਂ ਸੀਰੀਅਸ ਮੈਟਰ ਆ, ਜਿਹੜਾ ਅੱਜ ਦੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਿਸਾਨੀ ਦਾ ਘੋਲ ਚੱਲ ਗਿਆ, ਨੈਸ਼ਨਲ ਪੱਧਰ ਦੇ ਉੱਤੇ ਕਿਸਾਨੀ ਦਾ ਘੋਲ ਚਲਾ ਗਿਆ, ਜਿਹੜੀਆਂ ਟਰਮਸ ਆਫ ਟ੍ਰੇਡ ਆ, ਉਹ ਸਰਕਾਰ ਨੇ ਕਿਸਾਨ ਦੇ ਹਿੱਤ ਵਿੱਚ ਨਹੀਂ ਬਣਾਈਆਂ। ਟਰਮਸ ਆਫ ਟ੍ਰੇਡ ਸਾਰੀਆਂ ਕੈਪੀਟਲਿਜ਼ਮ ਦੇ ਹਿੱਤ ਵਿੱਚ ਜਾਂਦੀਆਂ, ਇੰਡਸਟਰੀ ਦੇ ਹਿੱਤ ਵਿੱਚ ਜਾਂਦੀਆਂ, ਐਗਰੀਕਲਚਰ ਦੇ ਹਿੱਤ ਵਿੱਚ ਨਹੀਂ ਹਨ। ਇਹ ਟਰਮਸ ਆਫ ਟ੍ਰੇਡ ਦਾ ਜਿਹੜਾ ਵਿਰੋਧ ਆ, ਉਹ ਅੰਤਰਰਾਸ਼ਟਰੀ ਵਿਰੋਧ ਨੂੰ ਜਿਹੜਾ ਉਹ ਜਨਮ ਦੇ ਰਿਹਾ। ਇਹੀ ਇਸੇ ਕਰਕੇ ਸਾਰੇ ਲੋਕ ਵਿਰੋਧ ਕਰ ਰਹੇ। ਡਾਕਟਰ ਸਾਹਿਬ, ਜੇ ਗੱਲ ਕੀਤੀ ਜਾਵੇ ਜਿਹੜਾ ਖੇਤੀਬਾੜੀ ਦਾ ਮੁੱਦਾ ਹੁੰਦਾ, ਇਹ ਸਟੇਟ ਦੇ ਅਧੀਨ ਹੁੰਦਾ, ਤੇ ਫਿਰ ਜਿਹੜਾ ਸੈਂਟਰ ਨੇ ਇਹ ਕਿੱਦਾਂ ਪਾਸ ਕਰ ਦਿੱਤੇ ਕਾਨੂੰਨ? ਇਹ ਸੈਂਟਰ ਇਹਦੇ ਤੇ ਕਾਨੂੰਨ ਪਾਸ ਨਹੀਂ ਕਰ ਸਕਦਾ, ਪਰ ਇਹਦੇ ਵਿੱਚ ਇੱਕ ਟ੍ਰੇਡ ਸ਼ਬਦ ਪਾ ਕੇ ਉਹਨਾਂ ਨੇ ਇਹ ਕਾਨੂੰਨ ਜਿਹੜੇ ਉਹ ਪਾਸ ਕੀਤੇ ਆ। ਤੇ ਕਿਸਾਨ ਜਾਂ ਜਿਹੜਾ ਵੀ ਖੇਤੀ ਕਰਦਾ, ਇਹ ਕੋਈ ਟ੍ਰੇਡ ਨਹੀਂ ਕਰਦਾ, ਇਹ ਪ੍ਰੋਡਕਸ਼ਨ ਕਰਦਾ।
ਤੇ ਪ੍ਰੋਡਕਸ਼ਨ ਇੱਕ ਫੂਡ ਦੀ ਹੈ, ਫੂਡ ਗ੍ਰੇਨ ਦੀ ਹੈ, ਕਿਉਂਕਿ ਕਿਸਾਨ ਤੇ ਕਣਕ ਵੇਚਦਾ ਮੰਡੀ ਵਿੱਚ, ਝੋਨਾ ਵੇਚਦਾ, ਦਾਲ ਵੇਚਦਾ, ਆਇਲ ਸੀਡ ਵੇਚਦਾ, ਆਇਲ ਸੀਡ ਦੇ ਵਿੱਚ ਤੋਰੀਆ ਵੇਚਦਾ, ਸਰੋਂ ਬੀਜ ਵੇਚਦਾ, ਤਿਲ ਵੇਚਦਾ, ਦੂਸਰੀ ਜਿਹੜੀ ਅਲਸੀ ਵੀ ਆਉਂਦੀ ਹੈ ਉਹ ਵੀ ਵੇਚਦਾ, ਦਾਲਾਂ ਦੇ ਵਿੱਚ ਮੂੰਗੀ ਵੀ ਆ, ਛੋਲੇ ਵੀ ਆ, ਬਾਕੀ ਮਾਂਹ ਵੀ ਆ, ਉਹ ਸਾਰੀਆਂ ਫਸਲਾਂ ਉਹ ਵੇਚਦਾ ਹੈ। ਤੇ ਉਹ ਜਿਹੜੀ ਪੈਦਾਵਾਰ ਵੇਚਦਾ ਹੈ, ਉਹ ਖੇਤ ਵਿੱਚ ਪੈਦਾਵਾਰ ਕਰ ਰਿਹਾ, ਉਹਦੀ ਕਿਸੇ ਤਰ੍ਹਾਂ ਉਹ ਨਾ ਤੇ ਵੈਲਿਊ ਐਡੀਸ਼ਨ ਕਰਦਾ ਉਹ, ਤੇ ਨਾ ਹੀ ਉਹਦਾ ਟ੍ਰੇਡ ਕਰਦਾ ਉਹ, ਤੇ ਉਹ ਮਿਨੀਮਮ ਸਪੋਰਟ ਪ੍ਰਾਈਸ ਵੀ ਸਿਰਫ ਕਣਕ ਝੋਨੇ ਵਿੱਚ ਮਿਲਦੀ ਆ, ਬਾਕੀ ਚੀਜ਼ਾਂ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਵੀ ਨਹੀਂ ਮਿਲਦੀ। ਮੈਂ ਇੱਕ ਗੱਲ ਹੋਰ ਡਾਕਟਰ ਸਾਹਿਬ ਪੁੱਛਣਾ ਚਾਹੂੰਗਾ ਤੁਹਾਨੂੰ, ਹਰੇਕ ਵਪਾਰੀ ਜਿਹੜਾ ਵੀ ਪ੍ਰੋਡਕਟ ਕੋਈ ਬਣਾਉਂਦਾ ਜਾਂ ਕੋਈ ਵੀ ਕੰਪਨੀ ਆ, ਉਹਦਾ ਜਿਹੜਾ ਰੇਟ ਨਿਰਧਾਰਿਤ ਆ ਉਹ ਆਪ ਕਰਦੇ ਆ ਉਹ, ਪਰ ਜੇ ਕਿਸਾਨਾਂ ਦੇ ਖੇਤਰ ਵਿੱਚ ਖੇਤੀਬਾੜੀ ਵਿੱਚ ਦੇਖਿਆ ਜਾਵੇ ਤਾਂ ਇਹਦਾ ਜਿਹੜਾ ਸਰਕਾਰ ਨਿਰਧਾਰਿਤ ਕਰਦੀ ਹੈ ਕਿੰਨਾ ਠੀਕ ਆ ਇਹ? ਦੇਖੋ ਇਹ ਕਿਸਾਨ ਆਪਣੇ ਤੌਰ ਦੇ ਉੱਤੇ ਕੋਈ ਵੀ ਨਿਰਧਾਰਿਤ ਨਹੀਂ ਕਰ ਸਕਦਾ ਪੈਦਾਵਾਰ ਦਾ ਰੇਟ। ਇਹਨੇ ਨਿਰਧਾਰਿਤ ਕਰਨ ਵਾਸਤੇ ਜਿਹੜਾ ਉਹ ਕਾਸਟ ਐਂਡ ਐਗਰੀਕਲਚਰ ਪ੍ਰਾਈਸ ਕਮਿਸ਼ਨ ਬਣਿਆ ਹੋਇਆ, ਪਹਿਲਾਂ ਇਹਨੂੰ ਐਗਰੀਕਲਚਰ ਪ੍ਰਾਈਸ ਕਮਿਸ਼ਨ ਕਹਿੰਦੇ ਸੀ, ਉਹ ਠੀਕ ਹੈ। ਪਰ ਉਹਦੇ ਵਿੱਚ ਜਿਹੜੀ ਹੁਣ ਲੇਟੈਸਟ ਜਿਹੜੀ ਅਵਸਥਾ ਹੈ ਉਹ ਮੰਨਣ ਦੀ ਲੋੜ ਆ ਵੀ C2 ਕਾਸਟ ਹੈ, ਉਹ ਹੈ ਜਿਹਦੇ ਵਿੱਚ ਇੰਪਿਊਟਡ ਵੈਲਿਊ ਆਫ ਲੇਬਰ, ਲੈਂਡ ਰੈਂਟ, ਤੇ ਜਿੰਨੇ ਉਹਨੇ ਜਿਹੜੇ ਪੈਸੇ ਲਏ ਆ, ਕਰਜ਼ਾ ਲਿਆ ਜਾਂ ਕੋਈ ਹੋਰ ਚੀਜ਼ਾਂ ਲਈਆਂ, ਜਿਹੜੀ ਉਹਦੀ ਫੈਮਿਲੀ ਨੇ ਵਰਕ ਕੀਤਾ, ਉਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਉਹ ਵਿੱਚ ਕਾਸਟ ਲਾ ਕੇ ਜਿਹੜੀ C2 ਕਾਸਟ ਬਣਦੀ ਆ, ਉਸ ਕਾਸਟ ਦੇ ਆਧਾਰ ਦੇ ਉੱਤੇ ਜਿਹੜੀ ਆ ਉਹ ਜਿਣਸ ਦੀ ਕੀਮਤ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ। ਇਹਦੇ ਵਾਸਤੇ ਲਾਹੇਵੰਦ ਜਿਹੜਾ ਉਹ ਮੁਨਾਫਾ ਦਿੱਤਾ ਜਾਣਾ ਚਾਹੀਦਾ ਤਾਂ ਜੋ ਉਹਦੇ ਵਿੱਚ ਇੰਟਰਸਟ ਬਣਿਆ ਰਹੇ। ਇੰਡਸਟਰੀ ਵਿੱਚ ਉਹ ਆਪਣੀ ਪੈਦਾਵਾਰ ਦੀ ਕੀਮਤ ਆਪ ਨਿਸ਼ਚਿਤ ਕਰਦੇ ਆ, ਉਸ ਦੇ ਆਧਾਰ ਦੇ ਉੱਤੇ MRP ਬਣਦੀ ਆ। ਔਰ ਬਦਕਿਸਮਤੀ ਇਹ ਆ ਵੀ ਤੁਸੀਂ ਵੀ ਸਾਰਾ ਦੇਖਦੇ ਹੋ ਵੀ MRP ਜਿਹੜੀ ਕੁਝ ਹੁੰਦੀ ਆ ਤੇ ਉਹ ਚੀਜ਼ ਕਿਸੇ ਭਾਅ 'ਤੇ ਵਿਕ ਰਹੀ ਹੁੰਦੀ ਆ, ਉਹਦੇ ਵਿੱਚ ਇਹ ਹੋਣਾ ਚਾਹੀਦਾ ਵੀ ਉਹਦੇ 'ਚ ਕਾਸਟ ਆਫ ਪ੍ਰੋਡਕਸ਼ਨ ਜਿਹੜਾ ਹਰ ਇੱਕ ਵਾਸਤੇ ਜ਼ਰੂਰੀ ਹੋਵੇ ਲਿਖਣੀ ਵੀ ਇਹਦੇ ਉੱਤੇ ਕਾਸਟ ਆਫ ਪ੍ਰੋਡਕਸ਼ਨ ਕਿੰਨੀ ਆਈ ਆ, ਤਾਂ ਜੋ ਉਹਦੇ ਉੱਤੇ ਮੈਂ ਮਿਨੀਮਮ ਮੁਨਾਫਾ ਇੰਨਾ ਰੱਖ ਕੇ ਇਹਦੀ ਇਸ ਚੀਜ਼ ਦੀ ਜਿਹੜੀ ਕੀਮਤ ਹੈ ਬਾਜ਼ਾਰ ਦੇ ਵਿੱਚ ਉਹ ਇੰਨੀ ਹੋਏਗੀ। ਇਹ ਨਹੀਂ ਹੋ ਰਿਹਾ, ਇਹ ਹੋਣਾ ਚਾਹੀਦਾ। ਦੂਸਰੇ ਪਾਸੇ ਐਗਰੀਕਲਚਰ ਦੀ ਪ੍ਰੋਡਕਟ ਜਿਹੜੀ ਆ ਉਹ ਆਪਾਂ ਨਿਸ਼ਚਿਤ ਕਿਸਾਨ ਨਹੀਂ ਕਰ ਸਕਦਾ, ਉਹਦੇ ਵਾਸਤੇ ਐਗਰੀਕਲਚਰ ਪ੍ਰਾਈਸ ਕਮਿਸ਼ਨ ਜਾਂ ਕਾਸਟ ਐਂਡ ਐਗਰੀਕਲਚਰ ਪ੍ਰਾਈਸ ਕਮਿਸ਼ਨ ਜਿਹੜਾ ਉਹੀ ਠੀਕ ਆ, ਉਹ C2 ਕਾਸਟ ਨੂੰ ਆਧਾਰ ਬਣਾ ਕੇ ਲਾਹੇਵੰਦ ਭਾਅ ਨਿਸ਼ਚਿਤ ਕਰੇ। ਤੇ ਉਹਦੇ ਵਾਸਤੇ ਜਿਹੜਾ ਲਾਹੇਵੰਦ ਭਾਅ ਦੀ ਜਿਹੜੀਆਂ ਸਿਫਾਰਿਸ਼ਾਂ ਵੀ ਹੈਗੀਆਂ ਆਈਆਂ ਹੋਈਆਂ, ਡਾਕਟਰ ਸਵਾਮੀਨਾਥਨ ਨੇ ਬੜੀਆਂ ਸਪਸ਼ਟ ਕਹੀਆਂ ਸੀ ਵੀ ਜਿਹੜੀ ਵੀ C2 ਕਾਸਟ ਦੇ ਆਧਾਰ ਦੇ ਉੱਤੇ ਜਿਹੜੀ ਉਹਦੀ ਕੀਮਤ ਬਣਦੀ ਆ, ਉਹਦੇ ਤੋਂ ਡੇਢੇ ਕੀਮਤ ਦੇ ਵਿੱਚ ਜਿਹੜੀ ਆ ਉਹ ਚੀਜ਼ ਲੈਣੀ ਚਾਹੀਦੀ ਆ, ਤਾਂ ਕਿਸਾਨ ਨੂੰ ਲਾਹੇਵੰਦ ਮਿਲ ਸਕੂਗੀ। ਮਤਲਬ ਇਹ ਵੀ ਅੰਸ਼ਕ ਆ, ਜੇ ਉਹਦੀਆਂ ਸਵਾਮੀਨਾਥਨ ਦੀਆਂ ਰਿਪੋਰਟ ਦੀਆਂ ਜਿਹੜੀ ਲਾਗੂ ਕਰ, ਉਹ ਕਿਹੜੀ ਲਾਗੂ ਕਰ ਦਿੱਤੀ ਸਰਕਾਰ ਨੇ, ਉਹਨੂੰ ਵੀ ਲਾਗੂ ਨਹੀਂ ਕੀਤਾ। ਔਰ ਦੁੱਖ ਦੀ ਗੱਲ ਇਹ ਆ ਵੀ ਸਰਕਾਰ ਕਹਿੰਦੀ ਆ, ਸੁਪਰੀਮ ਕੋਰਟ ਨੂੰ ਵੀ ਜਾ ਕੇ ਕਹਿੰਦੀ ਆ ਵੀ ਇਹ ਜਿਹੜੀ ਕੀਮਤ ਆ ਇਹ ਲਾਗੂ ਨਹੀਂ ਕੀਤੀ ਜਾ ਸਕਦੀ, ਇਹਦੇ ਨਾਲ ਸਰਕਾਰ ਨੂੰ ਬਹੁਤ ਖਰਾਬੀ ਹੋ ਜਾਏਗੀ। ਜਦੋਂ ਕਿ ਇਹ ਗੱਲ ਗਲਤ ਕਹਿ ਰਹੀ ਹੈ ਸਰਕਾਰ ਵੀ ਪੈਦਾਵਾਰ ਕਿਸਾਨ ਕਰ ਰਿਹਾ, ਉਹਦੀ ਲਾਹੇਵੰਦ ਭਾਅ 'ਤੇ ਖਰੀਦੀ ਜਾਵੇ ਤਾਂ ਜੋ ਉਹ ਇੱਕ ਵੱਡੀ ਮਾਰਕੀਟ ਬਾਜ਼ਾਰ ਦੇ ਵਿੱਚ ਬਣਦਾ ਹੈ। ਬਾਜ਼ਾਰ ਤਾਂ ਹੀ ਚੱਲ ਸਕੂਗਾ ਜੇ ਲੋਕਾਂ ਕੋਲ ਖਰੀਦਣ ਵਾਸਤੇ ਪੈਸੇ ਹੋਣਗੇ, ਤੇ ਪੈਸੇ ਤਾਂ ਹੋਣਗੇ ਜੇ ਉਹਨਾਂ ਕੋਲ ਜਿਹੜੀ ਲਾਹੇਵੰਦ ਕੀਮਤ ਜਿਹੜੀ ਦੇ ਨਾਲ ਉਹਦੀ ਪੈਦਾਵਾਰ ਖਰੀਦੀ ਜਾਏਗੀ। ਉਸੇ ਤਰ੍ਹਾਂ ਹੀ ਇੰਪਲਾਇਮੈਂਟ ਜਿਹੜੀ ਆ ਉਹ ਵੱਧ ਲੋਕਾਂ ਨੂੰ ਮਿਲ ਸਕੂਗੀ, ਵੈਲਿਊ ਐਡੀਸ਼ਨ ਹੋ ਸਕੇਗੀ, ਇਹਦੇ ਨਾਲ ਤਰੱਕੀ ਹੋ ਸਕਦੀ ਹੈ। ਡਾਕਟਰ ਸਾਹਿਬ ਇੱਕ ਸਵਾਲ ਹੋਰ ਆ, ਸਰਕਾਰੀ ਮੰਡੀ 'ਚ ਖਰੀਦਦਾਰੀ ਤੇ ਟੈਕਸ ਤੇ ਮੰਡੀ ਤੋਂ ਬਾਹਰ ਖਰੀਦਦਾਰੀ ਵਿੱਚ ਬਿਨਾਂ ਟੈਕਸ, ਇਹਦੇ ਵਾਸਤੇ ਫਿਰ ਸਰਕਾਰ ਨੇ ਆਪਣੇ ਜਿਹੜੇ ਯਾਰਾਂ ਨੂੰ ਲਾਭ ਦੇਣ ਵਾਸਤੇ, ਅਬਾਨੀ ਅਡਾਨੀ ਦੋ ਬੰਦੇ ਆ ਜਿਨ੍ਹਾਂ ਨੇ ਸਰਕਾਰ ਇਹ ਬਣਾਈ ਆ ਮੋਦੀ ਦੀ, ਉਹਨਾਂ ਨੂੰ ਲਾਭ ਦੇਣ ਵਾਸਤੇ ਇਹਨੂੰ ਮੰਡੀ ਤੋਂ ਬਾਹਰ ਜਿਹੜੀ APMC ਆ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਆ, ਉਸ ਸਿਸਟਮ ਤੋਂ ਬਾਹਰ ਕੱਢ ਕੇ ਉਹ ਆਪਣੀ ਮੰਡੀ ਬਣਾ ਸਕਦੇ ਆ। ਉਹ ਆਪਣੀ ਮੰਡੀ ਬਣਾ ਕੇ ਉਹਦੇ ਉੱਤੇ ਕੋਈ ਟੈਕਸ ਨਹੀਂ, ਇਹਦੇ ਉੱਤੇ ਟੈਕਸ ਆ ਹਰ ਪ੍ਰੋਡਕਟ ਦੇ ਉੱਤੇ। ਉਹ ਟੈਕਸ ਕਿਸਾਨ ਨੂੰ ਨਹੀਂ ਹੈ, ਉਹ ਜਿਹੜਾ ਪਰਚੇਜ਼ਰ ਹੈ FCI ਆ ਜਾਂ ਮਤਲਬ ਕੋਈ ਹੋਰ ਪਰਚੇਜ਼ਰ ਹੋਏਗਾ, ਉਹਨੂੰ ਜਿਹੜਾ ਸਿੱਧਾ ਟੈਕਸ ਹੈ ਉਹਦੇ ਆਧਾਰ ਦੇ ਉੱਤੇ ਜਿਹੜੀਆਂ ਪਿੰਡਾਂ ਦੀਆਂ ਸੜਕਾਂ, ਪਿੰਡਾਂ ਦੀ ਡਿਵੈਲਪਮੈਂਟ, ਉਹਦੇ ਵਿੱਚ ਉਹ ਪੈਸੇ ਖਰਚ ਹੁੰਦੇ ਆ। ਦੂਸਰੇ ਪਾਸੇ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਇਹਦੇ ਵਿੱਚੋਂ ਨਿਕਲਦਾ, ਜਿਹੜਾ ਰਿਸਰਚ ਹੁੰਦੀ ਹੈ ਐਗਰੀਕਲਚਰ ਦੀ ਰਿਸਰਚ ਆ, ਉਹਦੇ ਵਿੱਚ ਵੀ ਪੈਸੇ ਜਿਹੜੇ ਇਸੇ ਪੈਸੇ ਵਿੱਚੋਂ ਜਾਂਦੇ ਆ। ਇਹ ਦਿੱਤੇ
ਕੀਤੇ ਜਾਣੇ ਜ਼ਰੂਰੀ ਹੈ। ਇਹਨੂੰ ਰੋਕਣ ਵਾਸਤੇ ਨਾ ਰਿਸਰਚ ਹੋਏਗੀ, ਨਾ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਪਿੰਡਾਂ ਦੀਆਂ ਸੜਕਾਂ ਦੇ ਉੱਤੇ ਜਿਹੜੀ ਆ ਉਹ ਪ੍ਰੀਮਿਕਸ ਪੈਣੇ ਆ, ਜਾਂ ਉਹਨਾਂ ਸੜਕਾਂ ਦੀ ਬਣਤਰ ਜਿਹੜੀ ਠੀਕ ਕਰਨੀ ਆ, ਆਲ ਵੈਦਰ ਰੋਡਸ ਬਣਾਉਣੀਆਂ, ਉਹਨਾਂ ਨੂੰ ਖਤਮ ਕਰਨ ਵਾਸਤੇ, ਉਹਨਾਂ ਦੇ ਉੱਤੇ ਪਿੰਡਾਂ ਦੀ ਡਿਵੈਲਪਮੈਂਟ ਨੂੰ ਰੋਕਣ ਵਾਸਤੇ ਸਿਸਟਮ ਆ, ਉਹਨੂੰ ਬੰਦ ਕਰਨ ਦਾ ਕੰਮ ਕਰਨ ਵਾਸਤੇ ਇਹਨਾਂ ਨੇ ਓਪਨ ਮੰਡੀਆਂ ਜਿਹੜੀਆਂ ਬਾਹਰ ਵਪਾਰੀਆਂ ਵਾਸਤੇ ਖੋਲ੍ਹ ਦਿੱਤੀਆਂ। ਉਹ ਲੋਕਾਂ ਦੇ ਹਿੱਤ ਵਿੱਚ ਨਹੀਂ, ਲੋਕ ਉਹਨੂੰ ਜਿਹੜਾ ਉਹਦਾ ਵਿਰੋਧ ਕਰਦੇ ਆ, ਤੇ ਕਿਸਾਨ ਵੀ ਇਸ ਕੰਮ ਦੇ ਵਿੱਚ ਡਟੇ ਹੋਏ ਆ। ਇਕੱਲੇ ਕਿਸਾਨ ਨਹੀਂ, ਦੇਸ਼ ਦੇ ਸਾਰੇ ਲੋਕ, ਮਜ਼ਦੂਰ ਵੀ ਹੁਣ ਇਹਦੇ ਵਿੱਚ ਲਗਾਤਾਰ ਜਿਹੜਾ ਹੈਗਾ ਉਹ ਹਿੱਸਾ ਲੈ ਰਹੇ ਆ। ਸਾਰੀਆਂ ਟ੍ਰੇਡ ਯੂਨੀਅਨਸ ਲਗਾਤਾਰ ਬੰਦ ਦੇ ਵਿੱਚ ਹਿੱਸਾ ਲੈ ਰਹੀਆਂ ਤੇ ਸਰਕਾਰ ਦੇ ਉੱਤੇ ਦਬਾਅ ਪਾਉਣ ਵਾਸਤੇ ਲਾ ਰਹੀਆਂ। ਕੰਡੀ ਕਿਸਾਨ ਯੂਨੀਅਨ ਪ੍ਰਧਾਨ ਜੀ ਨਾਲ ਖੜੇ ਆ ਘੁੰਮਣ ਸਾਹਿਬ। ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ, ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਉਹਨਾਂ ਦੀਆਂ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ। ਮੀਟਿੰਗਾਂ ਕਰਕੇ ਉਹਨਾਂ ਨੂੰ ਰਿਐਲਿਟੀ ਦੱਸ ਰਹੇ ਹਾਂ ਵੀ ਰਿਐਲਿਟੀ ਇਹਨਾਂ ਕਾਨੂੰਨਾਂ ਦੀ ਕੀ ਹੈ। ਲੋਕਾਂ ਨੂੰ ਸਰਕਾਰ ਕਰਿੰਦੇ ਬਣਾਉਣਾ ਚਾਹੁੰਦੀ ਹੈ, ਜ਼ਮੀਨ ਤੋਂ ਬੇਦਖਲ ਕਰਨਾ ਚਾਹੁੰਦੀ ਹੈ। ਅੰਬਾਨੀ ਅਡਾਨੀ ਕੰਟਰੈਕਟ ਖੇਤੀ ਕਰਕੇ, ਇੱਕ ਬਹੁਤ ਪੁਰਾਣੀ ਕਹਾਣੀ ਹੈ, ਅੰਗਰੇਜ਼ਾਂ ਨੇ ਕੰਟਰੈਕਟ ਖੇਤੀ ਕਰਾਈ ਸੀਗੀ ਬੰਗਾਲ ਦੇ ਵਿੱਚ ਨੀਲ ਦੀ, ਤੇ ਉਹ ਸਾਰੀ ਜਿਹੜੀ ਜ਼ਮੀਨ ਆ ਉਹ ਬੈਰਨ ਹੋ ਗਈ ਸੀ, ਬੰਜਰ ਹੋ ਗਈ ਸੀ। ਉੱਦਾਂ ਦੇ ਕੰਮ ਜਿਹੜੇ ਕੀਤੇ ਜਾ ਸਕਦੇ ਆ, ਤੁਹਾਡੇ ਸਾਹਮਣੇ ਆ ਵੀ ਜਿੰਨੇ ਵੀ ਬਾਹਰੋਂ ਜਿਹੜੀਆਂ ਬਹੁਤ ਸਾਰੀਆਂ ਡਿਜ਼ੀਜ਼ਸ ਆ ਜਿਹੜੀਆਂ ਪਹਿਲਾਂ ਇੱਥੇ ਨਹੀਂ ਸੀ ਹੁੰਦੀਆਂ, ਉਹ ਡਿਜ਼ੀਜ਼ਸ ਬਾਹਰਲੇ ਬੀਜਾਂ ਦੇ ਨਾਲ ਇੱਥੇ ਆਈਆਂ। ਬਹੁਤ ਸਾਰੀਆਂ ਵੀਡਸ ਜਿਹੜੀਆਂ ਉਹ ਬਾਹਰਲੇ ਬੀਜਾਂ ਦੇ ਨਾਲ ਆਈਆਂ, ਤੇ ਇਸੇ ਤਰ੍ਹਾਂ ਦੇ ਜਿਹੜੇ ਕਾਰਵਾਈਆਂ ਜਿਹੜੀਆਂ ਇਹ ਕੰਟਰੈਕਟ ਖੇਤੀ ਵਿੱਚ ਕੀਤੀਆਂ ਜਾਣ ਦਾ ਪੂਰਾ ਸ਼ੰਕਾ ਹੈ, ਔਰ ਲੋਕਾਂ ਨੂੰ ਜਿਹੜਾ ਉਹ ਜੀਣਾ ਔਖਾ ਕਰਨ ਦਾ ਜਿਹੜਾ ਕੀਤਾ ਜਾਊਗਾ। ਇਸੇ ਕਰਕੇ ਲੋਕ ਵਿਰੋਧ ਕਰ ਰਹੇ ਹਨ। ਡਾਕਟਰ ਸਾਹਿਬ, ਆਜ਼ਾਦੀ ਤੋਂ ਪਹਿਲਾਂ ਇੱਕ ਪਗੜੀ ਸੰਭਾਲ ਜੱਟਾ ਲਹਿਰ ਚੱਲੀ ਸੀ, ਕਾਫੀ ਲੰਬਾ ਸੰਘਰਸ਼ ਉਹ ਵੀ ਚੱਲਿਆ ਸੀਗਾ, ਤੇ ਇਹ ਵੀ ਕਾਫੀ ਲੰਬਾ ਸੰਘਰਸ਼ ਹੋ ਗਿਆ। ਕੀ ਤੁਹਾਨੂੰ ਕੀ ਲੱਗਦਾ ਜਿਹੜਾ ਸ਼ਾਂਤਮਈ ਰਹਿ ਕੇ ਸੰਘਰਸ਼ ਕਿਸਾਨ ਜਿੱਤਣਗੇ ਇਹ? ਦੇਖੋ, ਸ਼ਾਂਤਮਈ ਸੰਘਰਸ਼ ਦੀ ਸਭ ਤੋਂ ਵੱਡੀ ਸ਼ਕਤੀ ਜਿਹੜੀ ਹੈ ਲੋਕਾਂ ਕੋਲ ਆ, ਤੇ ਲੋਕ ਸਭ ਤੋਂ ਵੱਡੀ ਸ਼ਕਤੀ ਹੁੰਦੇ ਆ। ਲੋਕ ਸੁਚੇਤ ਹੋ ਗਏ ਆ, ਸੁਚੇਤ ਹੋ ਰਹੇ ਆ। ਅਸੀਂ ਜਥੇਬੰਦੀਆਂ ਵਾਲੇ, ਸੰਯੁਕਤ ਕਿਸਾਨ ਮੋਰਚਾ, ਬਾਕੀ ਜਿਹੜੀਆਂ ਜਥੇਬੰਦੀਆਂ ਉਹ ਰਲ ਮਿਲ ਕੇ ਜਿਹੜੀ ਲੋਕਾਂ ਨੂੰ ਸੁਚੇਤ ਕਰ ਰਹੀਆਂ, ਤੇ ਇਹ ਜਿਹੜੀ ਜਿੱਤ ਯਕੀਨੀ ਆ। ਸਰਕਾਰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਇਸ਼ਾਰਿਆਂ ਦੇ ਉੱਤੇ ਚੱਲਦੀ ਆ, ਤੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ ਅਮਰੀਕਾ ਦੇ ਵਿੱਚ ਜਿਹੜਾ ਸਾਰਾ ਸਿਸਟਮ ਜੋ ਅਮਰੀਕਨ ਮਾਡਲ ਆ, ਜਿਹਦੇ ਅਮਰੀਕਨ ਮਾਡਲ ਦੇ ਵਿੱਚ ਉੱਥੇ ਸਿਰਫ ਜਿਹੜੇ 0.5% ਲੋਕ ਖੇਤੀ ਕਰਦੇ ਰਹਿ ਗਏ ਆ, ਖੇਤੀ ਵਾਲੇ, ਔਰ ਖੇਤੀ ਕਰਨ ਵਾਲੇ ਲੋਕ ਹੀ ਨਹੀਂ ਬਚੇ, ਤੇ ਉਹਨਾਂ ਵਾਸਤੇ ਉਹਨਾਂ ਨੂੰ ਸੂਟ ਕਰਦਾ ਹੈ। ਉੱਥੇ ਹਜ਼ਾਰਾਂ ਏਕੜ ਦੇ ਫਾਰਮ ਆ। ਇੱਥੇ ਸਾਡੇ ਕਿਉਂਕਿ ਜਿਹੜੇ ਆ 85% ਲੋਕ ਉਹ ਨੇ ਜਿਨ੍ਹਾਂ ਦੀ 1 ਹੈਕਟੇਅਰ ਤੋਂ ਘੱਟ ਜ਼ਮੀਨ ਹੈ, ਤੇ 1 ਹੈਕਟੇਅਰ ਤੋਂ ਜ਼ਮੀਨ ਜਿਨ੍ਹਾਂ ਦੀ ਘੱਟ ਹੈ, ਉਹਨਾਂ ਨੂੰ ਇਹ ਟੈਕਨੋਲੋਜੀ ਜਿਹੜੀ ਹੈ ਉਹ ਨਾ ਹੀ ਸੂਟ ਕਰਦੀ ਹੈ, ਤੇ ਨਾ ਹੀ ਉਹ ਕਦੀ ਜਿਹੜੀ ਉਹਨਾਂ ਨੂੰ ਫਾਇਦਾ ਦੇ ਸਕਦੀ ਹੈ। ਸਾਡੇ ਕੋਲ ਜਿਹੜੀ ਹੈ, ਦੇਖੋ ਸਰਕਾਰ ਨੇ ਬੜਾ ਸਪਸ਼ਟ ਕੀਤਾ ਹੈ ਕਿ 2 ਮਾਡਲ ਨੇ, ਇੱਕ ਕੋਆਪਰੇਟਿਵ ਮਾਡਲ ਆ, ਇੱਕ ਕੰਟਰੈਕਟ ਮਾਡਲ ਆ। ਸਰਕਾਰ ਨੇ ਆਪਣੇ ਵਾਸਤੇ, ਆਪਣੇ ਹਿੱਤਾਂ ਵਾਸਤੇ, ਆਪਣੇ ਜਿਹੜੇ ਉਹ ਜਿਨ੍ਹਾਂ ਕੋਲੋਂ ਪੈਸੇ ਲਏ, ਉਹਨਾਂ ਨੇ ਜਿਹੜੀ ਮਤਲਬ ਕਿਹਾ ਜਾਂਦਾ ਮੀਡੀਆ ਦੇ ਵਿੱਚ ਬਹੁਤ ਬੁਰੀ ਤਰ੍ਹਾਂ, ਉਹ ਜਿਨ੍ਹਾਂ ਕੋਲੋਂ ਅੰਬਾਨੀਆਂ ਅਡਾਨੀਆਂ ਕੋਲੋਂ ਪੈਸੇ ਲੈ ਕੇ ਸਰਕਾਰ ਬਣੀ ਆ, ਉਹਨਾਂ ਨੂੰ ਬੈਨੀਫਿਟ ਦੇਣ ਵਾਸਤੇ ਕਾਰਪੋਰੇਟ ਮਾਡਲ ਲੈਣ ਦਾ। ਇਹ ਕਾਰਪੋਰੇਟ ਮਾਡਲ ਲੋਕਾਂ ਨੂੰ ਸਲੇਵ ਬਣਾਉਣ ਦਾ ਇੱਕ ਮਾਡਲ ਆ। ਇਹ ਮਾਡਲ ਦਾ ਲੋਕ ਵਿਰੋਧ ਕਰਦੇ ਆ। ਇਹਦੀ ਥਾਂ ਦੇ ਉੱਤੇ ਕੋਆਪਰੇਟਿਵ ਮਾਡਲ ਆ। ਉਹ ਕੋਆਪਰੇਟਿਵ ਮਾਡਲ ਤਾਂ ਹੀ ਲਾਗੂ ਹੋ ਸਕਦਾ ਜੇ ਸਰਕਾਰ ਇਹ ਮਾਡਲ ਲਾਗੂ ਕਰਨਾ ਚਾਹੂਗੀ। ਡਾਕਟਰ ਸਾਹਿਬ, ਲਾਸਟ ਵਿੱਚ ਇੱਕ ਸਵਾਲ ਆ, ਤੁਸੀਂ ਖੇਤੀਬਾੜੀ ਅਫਸਰ ਰਹੇ ਹੋ, ਇਹਨਾਂ ਕਾਨੂੰਨਾਂ ਦੇ ਵਿੱਚ ਕੋਈ ਇੱਕ ਫਾਇਦੇ ਵਾਲੀ ਕੋਈ ਗੱਲ ਹੋਵੇ ਤਾਂ ਦੱਸ ਸਕਦੇ ਹੋ ਤੁਸੀਂ? ਦੇਖੋ, ਇਹਨਾਂ ਕਾਨੂੰਨਾਂ ਵਿੱਚ ਇੱਕ ਵੀ ਫਾਇਦੇ ਵਾਲੀ ਗੱਲ ਨਹੀਂ ਹੈ। ਇਹੀ ਹੈ ਵੀ ਜੋ ਪੁਰਾਣਾ ਸਿਸਟਮ ਸੀ, ਇਹ ਕਾਨੂੰਨਾਂ ਦੀ ਇਹ ਰੂਪਰੇਖਾ ਜਿਹੜੀ ਅੱਗੇ ਬਦਲੀ ਇਹਨਾਂ ਨੇ, ਪੁਰਾਣਾ ਸਿਸਟਮ ਲਾਗੂ ਕੀਤਾ ਜਾਵੇ, ਤੇ APMC ਜਿਹੜੀ ਹੈ ਉਹਨੂੰ ਚਾਲੂ ਰੱਖਿਆ ਜਾਵੇ, ਤੇ ਜਿਹੜੀ ਵੀ ਮਿਨੀਮਮ ਸਪੋਰਟ ਪ੍ਰਾਈਸ ਦਾ ਫਾਰਮੂਲਾ ਹੈ ਉਹਨੂੰ C2 ਕਾਸਟ ਦੇ ਉੱਤੇ ਜਿਹੜਾ ਫਿਕਸ ਕੀਤਾ ਜਾਵੇ, ਜਿੱਦਾਂ ਡਾਕਟਰ ਸਵਾਮੀਨਾਥਨ ਨੇ ਕਿਹਾ ਹੈ। ਉਹਦੇ ਆਧਾਰ ਦੇ ਉੱਤੇ ਇਹ ਇਕੱਲੇ ਦਾ ਇਕੱਲਾ ਅਨਾਜ ਦੇ ਉੱਤੇ ਹੀ ਨਾ ਰਵੇ, ਬਲਕਿ ਸਾਰੀਆਂ ਫਸਲਾਂ ਦੇ ਉੱਤੇ ਲਾਗੂ ਕੀਤਾ ਜਾਵੇ। ਕੇਰਲਾ ਦੇ ਵਿੱਚ ਜਿਹੜਾ ਸਬਜ਼ੀਆਂ ਦੇ ਉੱਤੇ ਤੇ ਫਲਾਂ ਦੇ ਉੱਤੇ ਵੀ ਉਹ ਸਰਕਾਰ ਨੇ ਲਾਗੂ ਕਰ ਦਿੱਤਾ। ਇਹ ਲਾਗੂ ਕੀਤਾ ਜਾ ਸਕਦਾ, ਦੁੱਧ 'ਤੇ ਵੀ ਲਾਗੂ ਕੀਤਾ ਜਾ ਸਕਦਾ। ਇਹ ਸਾਰਾ ਜਿਹੜਾ ਐਗਰੀਕਲਚਰ ਦੀ ਪ੍ਰੋਡਿਊਸ ਆ ਉਹਦੇ ਉੱਤੇ ਲਾਗੂ ਕੀਤਾ ਜਾ ਸਕਦਾ। ਇਹਨੂੰ ਲਾਗੂ ਕਰਕੇ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਹੁੰਦੀ ਹੈ, ਲੇਕਿਨ ਮਿਨੀਮਮ ਸਪੋਰਟ ਦੀ ਪ੍ਰਾਈਸ ਦੀ ਥਾਂ ਦੇ ਉੱਤੇ
ਲਾਹੇਵੰਦ ਭਾਅ ਦਿੱਤਾ ਜਾਣਾ ਚਾਹੀਦਾ। ਲਾਹੇਵੰਦ ਭਾਅ C2 ਕੋਸਟ ਦੇ ਨਾਲ ਤੇ ਸਾਰੀਆਂ ਫਸਲਾਂ ਦੇ ਉੱਤੇ ਜਿਹੜੀ ਹੈ ਉਹਦੀ ਫਿਕਸ ਪ੍ਰਾਈਸ ਕਰਕੇ ਉਹਨਾਂ ਉੱਤੇ ਖਰੀਦ ਜਿਹੜੀ ਹੈ ਸਰਕਾਰ ਗਰੰਟੀ ਕਰੇ ਤੇ ਤਾਂ ਲੋਕਾਂ ਦਾ ਭਲਾ ਹੋ ਸਕਦਾ। ਡਾਕਟਰ ਸਾਹਿਬ MSP ਲਈ ਵੀ ਸਰਕਾਰ ਮੰਨ ਰਹੀ ਆ, ਕਾਨੂੰਨ ਦੇ ਵਿੱਚ ਸੋਧਾਂ ਲਈ ਵੀ ਸਰਕਾਰ ਮੰਨ ਰਹੀ ਆ। ਇਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਇੱਕ ਅੜੀਅਲ ਰਵੱਈਆ ਜੇ ਆਪਾਂ ਕਹਿ ਲਈਏ, ਇਹ ਕਿੱਥੇ ਤੱਕ ਠੀਕ ਆ? ਇਹ ਕਿਸਾਨ ਅੜੀਅਲ ਹੈ ਕਿ ਸਰਕਾਰ ਅੜੀਅਲ ਹੈ? ਮੈਂ ਕਾਰਨ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ। MSP ਦਾ ਕਾਨੂੰਨ ਬਣਾਤਾ ਜਾਏ, ਸਿੰਪਲ ਇੱਕ ਗੱਲ। ਦੂਸਰੀ ਗੱਲ ਕਿ MSP ਦਾ ਕਾਨੂੰਨ ਬਣਾਤਾ ਜਾਏ, ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਦਾ ਸਿਸਟਮ ਚਾਲੂ ਕੀਤਾ ਜਾਵੇ ਤੇ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਦੀ ਥਾਂ ਦੇ ਉੱਤੇ ਜਿਹੜਾ C2 ਕੋਸਟ ਦੇ ਉੱਤੇ ਆਧਾਰ ਦੇ ਉੱਤੇ ਜਿਹੜਾ ਉਹ ਸਪੋਰਟ ਪ੍ਰਾਈਸ ਬਣਨੀ ਆ ਉਹ ਸਾਰੀਆਂ ਫਸਲਾਂ ਦੇ ਉੱਤੇ ਲਾਗੂ ਕੀਤੀ ਜਾਵੇ। ਇਹ ਜਿਹੜੀ ਆ ਗੱਲ ਜਿਹੜੀ ਸਹੀ ਹੋਏਗੀ। ਇਹਦੇ ਸਰਕਾਰ ਨੂੰ ਦੇਖੋ, ਸਰਕਾਰ ਅੜੀਅਲ ਰਵੇ ਤੇ ਕੀ ਸਰਕਾਰ ਉਹ ਸਰਕਾਰ ਲੋਕਾਂ ਦੀ ਹੁੰਦੀ ਹੈ? ਉਹ ਲੋਕਾਂ ਦੀ ਸਰਕਾਰ ਕਦੇ ਨਹੀਂ ਹੁੰਦੀ। ਸਾਡੇ ਕਨਸਟੀਟਿਊਸ਼ਨ 'ਚ ਲਿਖਿਆ ਆ ਵੀ ਇਹ ਵੈਲਫੇਅਰ ਸਟੇਟ ਹੈ। ਵੀ ਕੀ ਇਹ ਵੈਲਫੇਅਰ ਸਟੇਟ ਹੈ? ਜੇ ਲੋਕਾਂ ਦੇ ਭਲੇ ਦੀ ਗੱਲ ਹੀ ਨਹੀਂ ਸੋਚਦੀ ਸਰਕਾਰ ਤੇ ਉਹ ਵੈਲਫੇਅਰ ਸਟੇਟ ਕਿਸ ਤਰ੍ਹਾਂ ਹੋ ਸਕਦੀ ਹੈ? ਹੁਣ ਲੱਖਾਂ ਲੋਕ, ਕਰੋੜਾਂ ਲੋਕ, ਕੋਈ 63% ਲੋਕ ਜਿਹੜੇ 84-85 ਕਰੋੜ ਲੋਕ ਬਣਦੇ ਆ ਖੇਤੀ ਦੇ ਨਾਲ ਸਿੱਧੇ ਜੁੜੇ ਹੋਏ ਆ। ਉਹ ਸਿੱਧੇ ਜੁੜੇ ਹੋਏ ਜਿਹੜੇ ਲੋਕ ਖੇਤੀ ਦੇ ਨਾਲ, ਉਹਨਾਂ ਦੀ ਗੱਲ ਜਿਹੜੀ ਸਰਕਾਰ ਨਹੀਂ ਸੁਣਦੀ ਤੇ ਤੁਸੀਂ ਅੜੀਅਲ ਕੌਣ ਹੋਇਆ ਫਿਰ? ਅੜੀਅਲ ਤੇ ਸਰਕਾਰ ਹੈ ਤੇ ਸਰਕਾਰ ਅੜੀਅਲ ਜਿਹੜੀ ਲੋਕਾਂ ਦੀ ਸਰਕਾਰ ਨਹੀਂ ਹੁੰਦੀ। ਮੈਂ ਦੇ ਨਹੀਂ ਕਰਦਾ। ਬਿਲਕੁਲ, ਜੇ ਆਪਾਂ ਕਹੀਏ ਵੀ ਸਰਕਾਰ ਅੜੀਅਲ ਆ ਤੇ ਫਿਰ ਸ਼ਾਂਤਮਈ ਕਿੰਨਾ ਚਿਰ ਕਿਸਾਨ ਰਹਿਣਗੇ? ਕਿਸਾਨਾਂ ਨੂੰ ਕੋਈ ਅਗਲੀ ਰਣਨੀਤੀ ਕੀ ਕਰਨੀ ਚਾਹੀਦੀ ਆ? ਕਿਸਾਨ ਸ਼ਾਂਤਮਈ ਰਹਿਣਗੇ, ਲੋਕ ਸ਼ਾਂਤਮਈ ਸੰਘਰਸ਼ ਦੇ ਨਾਲ ਇਹ ਸਰਕਾਰ ਦਾ ਪਾਸਾ ਵੀ ਉਲਟਾ ਸਕਦੇ ਆ। ਲੋਕਾਂ ਕੋਲ ਸ਼ਕਤੀ ਵੱਧ ਹੈ। ਅਸਲ ਵਿੱਚ ਸ਼ਕਤੀ ਸਾਰੀ ਲੋਕਾਂ ਕੋਲ ਹੀ ਹੁੰਦੀ ਹੈ। ਇਹ ਇਸ ਵੇਲੇ ਜਿਹੜੀ ਮੌਜੂਦਾ ਸਰਕਾਰ ਆ, ਇਹ ਸਰਕਾਰ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਨਹੀਂ। ਕਰੋਨਾ ਦੀ ਆੜ ਦੇ ਥੱਲੇ ਇਹਨਾਂ ਨੇ ਉਹ ਕਾਨੂੰਨ ਪਾਸ ਕਰ ਦਿੱਤੇ। ਪਹਿਲਾਂ ਉਹਨਾਂ ਦੀਆਂ ਤੁਰੰਤ ਜਿਹੜੇ ਹੈਗੇ ਆਰਡੀਨੈਂਸ ਪਾਸ ਕੀਤੇ। ਆਰਡੀਨੈਂਸ ਪਾਸ ਕਰਕੇ ਤੁਰੰਤ ਜਿਹੜੇ ਪਾਰਲੀਮੈਂਟ ਦੇ ਵਿੱਚ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਲੋਕ ਸਭਾ ਦੇ ਵਿੱਚ ਮੈਜੋਰਟੀ ਹੈ BJP ਦੀ, ਉਹਨਾਂ ਨੇ ਪਾਸ ਕਰ ਲਏ। ਲੇਕਿਨ ਰਾਜ ਸਭਾ ਦੇ ਵਿੱਚ ਉਹਦੀ ਮੈਜੋਰਟੀ ਨਹੀਂ। ਤੇ ਜਦੋਂ ਇੱਕ ਵੀ ਬੰਦਾ ਕਵੇ ਵੀ ਵੋਟਾਂ ਪੈਣੀਆਂ ਚਾਹੀਦੀਆਂ ਤੇ ਉੱਥੇ ਵੋਟਾਂ ਨਹੀਂ ਪਈਆਂ ਤੇ ਵਾਇਸ ਵੋਟ ਦੇ ਨਾਲ ਉਹਨੂੰ ਪਾਸ ਕੀਤਾ ਗਿਆ। ਇਹ ਡੈਮੋਕ੍ਰੇਸੀ ਦੀ ਹੱਤਿਆ ਹੈ। ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਜਿਹੜਾ ਬਲਾਤਕਾਰ ਕੀਤਾ ਜਾ ਰਿਹਾ, ਬਦਕਿਸਮਤੀ ਇਹ ਆ ਵੀ ਜੇ ਸਰਕਾਰ ਇਸ ਤਰ੍ਹਾਂ ਕਰੇਗੀ ਤੇ ਫਿਰ ਲੋਕ ਕਿੰਨਾ ਕੁ ਵਿਸ਼ਵਾਸ ਡੈਮੋਕ੍ਰੇਸੀ ਤੇ ਕਰਨਗੇ? ਲੋਕ ਵਿਸ਼ਵਾਸ ਡੈਮੋਕ੍ਰੇਸੀ ਦੇ ਕਰਦੇ ਆ। ਇਸੇ ਕਰਕੇ ਲੋਕ ਇਹ ਚਾਹੁੰਦੇ ਆ ਵੀ ਜਿਹੜਾ ਸ਼ਾਂਤਮਈ ਸੰਘਰਸ਼ ਦੇ ਨਾਲ ਜਿਹੜੀ ਹੈ ਇਹ ਜਿੱਤੀ ਜਾਵੇ ਤੇ ਲਾਜ਼ਮੀ ਤੌਰ ਤੇ ਜਿੱਤੀ ਜਾਏਗੀ। ਲੋਕ ਜਿੱਤ ਕੇ ਜਿਹੜਾ ਹੈ ਉਹ ਜਾਣਗੇ ਤੇ ਇਸ ਤਰ੍ਹਾਂ ਸੰਘਰਸ਼ ਜਿਹੜਾ ਲੰਬਾ ਹੋਇਆ, ਲੋਕ ਜੁੜ ਗਏ ਆ, ਪਿੰਡ ਜੁੜ ਰਹੇ ਆ, ਸ਼ਹਿਰਾਂ ਦੇ ਲੋਕ ਜੁੜ ਰਹੇ ਆ, ਵਪਾਰੀ ਵੀ ਜੁੜ ਰਹੇ ਆ। ਇਹ ਸਾਰੇ ਹੀ ਸਲੇਵਸ ਬਣਨ ਤੋਂ ਰੁਕਣਗੇ ਤਾਂ ਹੀ ਜੇ ਆਪਣੇ ਸੰਘਰਸ਼ ਵਿੱਚ ਲਗਾਤਾਰ ਜੜਤਮਾਲ ਵਧਣਗੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਦਾ ਸਟੈਲਰ ਨਿਊਜ਼ ਦੇ ਲਈ ਹਰਪਾਲ ਲਾਡਾ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।